Hello, dear aspirants. I welcome you all in this beautiful platform of Burma Academy. ਸੋ ਜੋ ਸਟੂਡੈਂਟ ਪਲੇਟਫਾਰਮ ਦੇ ਉੱਤੇ ਨਿਊ ਨੇ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਚੈਨਲ ਬਾਰੇ ਥੋੜਾ ਜਿਹਾ ਦੱਸ ਦਿੱਤਾ ਜਾਵੇ। ਆਪਾਂ ਜਿਹੜਾ ਹੈਗਾ ਇੱਥੇ ਇੰਗਲਿਸ਼ ਗ੍ਰਾਮਰ ਦਾ ਪੋਰਸ਼ਨ ਹੈ ਜਿਹੜਾ ਉਹ ਡਿਸਕਸ ਕਰ ਰਹੇ ਹਾਂ, ਜਿਹਦੇ ਵਿੱਚ ਤੁਹਾਨੂੰ ਇੰਗਲਿਸ਼ ਗ੍ਰਾਮਰ ਨਾਲ ਰਿਲੇਟਡ ਟੌਪਿਕ ਹੈ ਜਿਹੜੇ ਪ੍ਰੋਵਾਈਡ ਜਾਂਦੇ ਆ, ਜਿਹਦੇ ਵਿੱਚ ਆਪਾਂ ਨਾउन ਪ੍ਰਨਾउन ਐਡਜੈਕਟਿਵ ਐਡਵਰਬ ਦਾ ਟੌਪਿਕ ਹੈ ਜਿਹੜਾ ਉਹ ਕੰਪਲੀਟ ਕਰ ਚੁੱਕੇ ਹਾਂ। ਤੁਹਾਡਾ ਫੋਰਥ ਜਿਹੜਾ ਆਪਾਂ ਟੌਪਿਕ ਸਟਾਰਟ ਕੀਤਾ ਆਰਟੀਕਲ ਦਾ ਟੌਪਿਕ ਹੈ, ਜਿਹਦੇ ਨਾਲ ਰਿਲੇਟਡ ਤੁਹਾਡੀ ਇੱਕ ਕਲਾਸ ਪਹਿਲਾਂ ਹੋ ਚੁੱਕੀ ਹੈ ਤੇ ਅੱਜ ਤੁਹਾਡੀ ਆਰਟੀਕਲ ਦੀ ਸੈਕਿੰਡ ਕਲਾਸ। ਜਿਨ੍ਹਾਂ ਸਟੂਡੈਂਟਸ ਨੇ ਪਿੱਛੇ ਵਾਲੇ ਟੌਪਿਕ ਕੰਪਲੀਟ ਨਹੀਂ ਕੀਤੇ, ਮਤਲਬ ਨਾउन ਪ੍ਰਨਾउन ਐਡਜੈਕਟਿਵ ਜਾਂ ਐਡਵਰਬ ਦੀਆਂ ਕਲਾਸਿਸ ਨਹੀਂ ਲਈਆਂ, ਜਾਂ ਜੋ ਫਿਰ ਅੱਜ ਚੈਨਲ ਦੇ ਤੇ ਸਾਡੇ ਨਾਲ ਜੁੜੇ ਆ, ਤਾਂ ਉਹਨਾਂ ਨੂੰ ਸੁਜੈਸ਼ਨ ਹੈ ਜਿਹੜਾ ਸਾਡਾ ਇਹ ਦਿੱਤਾ ਜਾਂਦਾ ਹੈ ਕਿ ਪਲੀਜ਼ ਜਿਹੜੇ ਤੁਸੀਂ ਪਿੱਛੋਂ ਟੌਪਿਕ ਆ ਉਹ ਕੰਪਲੀਟ ਕਰ ਲੈਣੇ। ਬਿਕਾਜ਼ ਜੇ ਤੁਹਾਨੂੰ ਕਿਹਾ ਜਾਵੇ ਤਾਂ ਇੰਗਲਿਸ਼ ਦਾ ਜਿੰਨਾ ਵੀ ਤੁਹਾਡਾ ਪੋਰਸ਼ਨ ਹੈ, ਨਾउन ਹੈ ਜਾਂ ਫਿਰ ਪ੍ਰਨਾउन ਤੁਸੀਂ ਕਹਿ ਲਓ, ਐਡਜੈਕਟਿਵ, ਐਡਵਰਬ, ਪ੍ਰੈਪੋਜੀਸ਼ਨ, ਕੰਜੰਕਸ਼ਨ, ਤੁਹਾਡੇ ਸਾਰੇ ਦੇ ਸਾਰੇ ਕੀ ਹੈ ਇੱਕ ਦੂਜੇ ਨਾਲ ਇੰਟਰ ਰਿਲੇਟਡ ਨੇ, ਇੱਕ ਦੂਜੇ ਨਾਲ ਕਨੈਕਟਡ ਨੇ। ਬਹੁਤ ਸਾਰੇ ਰੂਲ ਹੁੰਦੇ ਆ ਜਿਹੜੇ ਆਪਾਂ ਨਾउन ਦੇ ਵਿੱਚ ਪੜ੍ਹੇ, ਸੇਮ ਤੁਹਾਡੇ ਪ੍ਰਨਾउन 'ਚ ਵੀ ਰਿਪੀਟ ਹੋਏ, ਐਡਜੈਕਟਿਵ ਐਡਵਰਬ ਦੇ ਵਿੱਚ ਵੀ ਤੁਸੀਂ ਡਿਸਕਸ ਕੀਤੇ, ਪਲੱਸ ਆਰਟੀਕਲ ਦੇ ਵਿੱਚ ਵੀ ਤੁਸੀਂ ਇਹ ਜਿਹੜਾ ਉਹ ਦੇਖ ਰਹੇ। ਪਰ ਇਸ ਤਰੀਕੇ ਨਾਲ ਹੈ ਕਿ ਜਿੰਨੇ ਵੀ ਟੌਪਿਕ ਤੁਹਾਡੇ ਪਿੱਛੇ ਹੋਏ ਆ, ਆਪਣੀ ਜਿਹੜੀਆਂ ਕਲਾਸਾਂ ਤੁਹਾਡੀਆਂ ਪਿੱਛੇ ਹੋਈਆਂ ਨੇ ਉਹਨਾਂ ਨੂੰ ਤੁਸੀਂ ਕੰਪਲੀਟ ਜ਼ਰੂਰ ਕਰਨਾ ਹੈ। ਬਿਕਾਜ਼ vocab ਪੋਰਸ਼ਨ ਦੇ ਨਾਲੋਂ ਜਿਹੜਾ ਆਪਣੇ ਕੋਲੇ ਗ੍ਰਾਮਰ ਪੋਰਸ਼ਨ ਬਿਲਕੁਲ ਡਿਫਰੈਂਟ ਚੱਲਦਾ ਹੈ। vocab ਦਾ ਤਾਂ ਤੁਸੀਂ ਜਿੱਥੋਂ vocab ਯਾਦ ਕਰਨੀ ਸਟਾਰਟ ਕਰਤੀ ਉੱਥੋਂ ਹੀ ਆ ਜਿਹੜਾ ਤੁਸੀਂ ਸ਼ੁਰੂ ਕਰ ਸਕਦੇ ਹੋ, ਬਟ ਜਿਹੜਾ ਆਪਣੇ ਕੋਲੇ ਗ੍ਰਾਮਰ ਪੋਰਸ਼ਨ ਹੈ ਉਹ ਇੱਕ ਸੀਰੀਜ਼ ਦੇ ਵਿੱਚ ਚੱਲਦਾ ਹੁੰਦਾ ਹੈ, ਤੇ ਉਹ ਸੀਰੀਜ਼ ਨੂੰ ਫੋਲੋ ਕਰਕੇ ਹੀ ਜਿਹੜੇ ਤੁਸੀਂ ਇਹਦੇ ਰੂਲਸ ਹੈ ਉਹ ਇੱਕ ਦੂਜੇ ਨਾਲ ਰਿਲੇਟ ਕਰਕੇ ਜਿਹੜਾ ਯਾਦ ਕਰ ਸਕਦੇ ਹੋ, ਤੇ ਤੁਹਾਡੇ ਕੁਐਸਚਨ ਹੈ ਜਿਹੜੇ ਉਹ ਤੁਸੀਂ ਸੋਲਵ ਕਰ ਸਕਦੇ ਹੋ। ਤੋਂ ਪਿੱਛੇ ਜਿਹੜੀ ਆਪਾਂ ਆਰਟੀਕਲ ਦੀ ਫਰਸਟ ਕਲਾਸ ਕੀਤੀ ਹੋਈ ਸੀ, ਤੇ ਜਿਹਦੇ ਵਿੱਚ ਤੁਹਾਨੂੰ ਆਰਟੀਕਲ ਦੀ ਬੇਸਿਕ ਜਿਹੜੀ ਇੰਟਰੋ ਸੀ ਉਹ ਕਰਵਾਈ ਗਈ ਸੀ, ਦੱਸਿਆ ਗਿਆ ਸੀ ਕਿ ਆਰਟੀਕਲ ਕੀ ਹੁੰਦੇ ਆ, ਡੈਫੀਨੇਸ਼ਨ ਆਪਾਂ ਦੇਖੀ ਸੀ। ਆਰਟੀਕਲ ਬੇਸਿਕਲੀ ਕੰਸੀਡ ਕਰਦੇ ਆ ਤੁਹਾਡੇ ਕੋਲ ਨਾउन ਨੂੰ, ਨਾउन ਤੋਂ ਪਹਿਲਾਂ ਜਿਹੜਾ ਤੁਸੀਂ ਇਹਨਾਂ ਨੂੰ ਯੂਜ਼ ਕਰਦੇ ਹੋ, ਤੇ ਨਾउन ਦੀ ਕੁਆਂਟੀਟੀ ਦੱਸਦੇ ਆ, ਜਿਵੇਂ ਕੁਆਲਿਟੀ ਵਗੈਰਾ ਦੱਸਣ ਵਾਸਤੇ ਵੀ ਤੁਸੀਂ ਇਹਨਾਂ ਨੂੰ ਯੂਜ਼ ਕਰ ਲੈਣੇ ਹੋ। ਸਿਮਿਲਰਲੀ ਤੁਹਾਡੇ ਕੋਲ ਆਰਟੀਕਲ 3 ਹੀ ਵਰਡ ਹੈ, ਜਿਵੇਂ ਏ ਦਾ ਯੂਜ਼ ਕਰਕੇ ਤੁਸੀਂ ਐਨ ਦਾ ਯੂਜ਼ ਕਰਦੇ ਹੋ, ਤੇ ਆਰਟੀਕਲ ਦਾ ਹੈ ਜਿਹੜਾ ਤੁਸੀਂ ਯੂਜ਼ ਕਰਦੇ ਹੋ। ਤਾਂ ਹੁਣ ਤਿੰਨ ਵਰਡ ਨੇ ਜਿਹੜੇ ਆਪਾਂ ਆਰਟੀਕਲ ਦੇ ਅੰਡਰ ਸਟੱਡੀ ਕੀਤੇ ਸੀ, ਦੇਖਿਆ ਸੀ ਕਿ ਏ ਦਾ ਯੂਜ਼ ਕਿੱਥੇ ਹੁੰਦਾ ਹੈ, ਐਨ ਦਾ ਯੂਜ਼ ਕਿੱਥੇ ਹੁੰਦਾ ਹੈ, ਤੇ ਦਾ ਯੂਜ਼ ਹੈ ਜਿਹੜਾ ਤੁਸੀਂ ਕਿੱਥੇ ਕਰਦੇ ਹੋ। ਬੇਸਿਕ ਡੈਫੀਨੇਸ਼ਨ ਸੀ ਆਪਾਂ ਉਹਦੇ ਨਾਲ ਰਿਲੇਟਡ ਉਹ ਡਿਸਕਸ ਕਰ ਲਈ ਸੀ। ਜੋ ਸਟੂਡੈਂਟ ਨਿਊ ਨੇ ਤਾਂ ਉਹਨਾਂ ਨੂੰ ਟੈਲੀਗ੍ਰਾਮ ਗਰੁੱਪ ਬਾਰੇ ਵੀ ਦੱਸ ਦਿੱਤਾ ਜਾਵੇ ਕਿ ਜਿਹੜਾ ਟੈਲੀਗ੍ਰਾਮ ਗਰੁੱਪ ਹੈ ਇਸ ਚੈਨਲ ਦਾ ਬਣਿਆ ਹੋਇਆ, ਤਾਂ ਉਹਨੂੰ ਤੁਸੀਂ ਜਿਹੜਾ ਡਿਸਕ੍ਰਿਪਸ਼ਨ ਦੇ ਵਿੱਚੋਂ ਲਿੰਕ ਲੈ ਕੇ ਜੁਆਇਨ ਕਰ ਸਕਦੇ ਹੋ। ਇੱਥੇ ਤੁਹਾਨੂੰ ਸਾਰੀਆਂ ਇੰਪੋਰਟੈਂਟ ਨੋਟੀਫਿਕੇਸ਼ਨ ਪ੍ਰੋਵਾਈਡ ਕਰਵਾਈਆਂ ਜਾਣਗੀਆਂ, ਤੁਹਾਡੇ ਕਿਸੇ ਵੀ ਐਗਜ਼ਾਮ ਨਾਲ ਰਿਲੇਟਡ ਕੋਈ ਨੋਟੀਫਿਕੇਸ਼ਨ ਹੋ ਸਕਦੀ ਹੈ, ਪਲੱਸ ਜਿਹੜਾ YouTube ਦੇ ਉੱਤੇ ਕੋਈ ਸੈਸ਼ਨ ਕੰਡਕਟ ਕਰਵਾਇਆ ਜਾ ਰਿਹਾ ਉਸ ਨਾਲ ਰਿਲੇਟਡ ਤੁਹਾਡੀ ਨੋਟੀਫਿਕੇਸ਼ਨ ਹੈ ਜਿਹੜੀ ਉਹ ਹੋ ਸਕਦੀ ਹੈ। ਤੇ ਕਲਾਸ ਦੇ ਜਿਹੜੇ ਨੋਟਸ ਹੁੰਦੇ ਆ, ਫॉर ਐਗਜ਼ਾਮਪਲ ਜਿਵੇਂ ਹੁਣ ਆਪਾਂ ਕਲਾਸ ਲਾਉਂਦੇ ਹਾਂ ਤਾਂ ਤੁਹਾਡੇ ਜਿਹੜੇ ਨੋਟਸ ਕਲਾਸ ਦੇ ਵਿੱਚ ਹੋ ਸਕਦਾ ਸਟੂਡੈਂਟ ਕਲਾਸ ਦੇ ਵਿੱਚ ਨਾਲ ਨਾਲ ਨੋਟਸ ਬਣਾ ਰਹੇ ਹੋਣ, ਤਾਂ ਵੈਲ ਐਂਡ ਗੁੱਡ, ਤੁਸੀਂ ਬਹੁਤ ਵਧੀਆ ਕਰ ਰਹੇ ਹੋ। ਬਟ ਕਈ ਵਾਰ ਹੁੰਦਾ ਤੁਹਾਡੇ ਕੋਲ ਟਾਈਮ ਨਹੀਂ ਹੁੰਦਾ ਤੇ ਤੁਸੀਂ ਨੋਟਸ ਨਹੀਂ ਬਣਾ ਪਾ ਰਹੇ, ਤੇ ਤੁਸੀਂ ਇਹ ਜਿਹੜਾ ਨੋਟਸ ਨੂੰ ਆਪਣਾ ਲੈ ਸਕਦੇ ਹੋ ਕਿੱਥੋਂ, ਤੁਹਾਡੇ ਟੈਲੀਗ੍ਰਾਮ ਗਰੁੱਪ ਦੇ ਉੱਤੇ ਜਿਹੜਾ ਪੀਪੀਟੀ ਦੇ ਥਰੂ ਜਿਹੜੇ ਨੋਟਸ ਨੇ ਉਹ ਸ਼ੇਅਰ ਕੀਤੇ ਜਾਂਦੇ ਆ। ਇੱਕ ਐਨੋਟੇਸ਼ਨ ਫਾਈਲ ਜਿਹੜੀ ਤੁਹਾਨੂੰ ਪ੍ਰੋਵਾਈਡ ਕਰਾਈ ਜਾਂਦੀ ਹੈ, ਜਿੰਨਾ ਵੀ ਕੁਝ ਤੁਹਾਨੂੰ ਪੀਪੀਟੀ ਦੇ ਵਿੱਚ ਨੋਟ ਕਰਵਾਇਆ ਜਾਂਦਾ ਹੈ, ਤਾਂ ਉਹ ਸਾਰਾ ਦਾ ਸਾਰਾ ਤੁਹਾਨੂੰ ਟੈਲੀਗ੍ਰਾਮ ਗਰੁੱਪ ਦੇ ਉੱਤੇ ਜਿਹੜਾ ਉਹ ਐਜ਼ ਇਟ ਇਜ਼ ਮਿਲ ਜਾਂਦਾ ਹੈ। ਸਿਮਿਲਰਲੀ ਤੁਹਾਡੇ ਕੋਲੇ ਪੋਸਟ ਦੇ ਕੁਇਜ਼ ਨੇ ਜਿਹੜੇ ਪਰ ਟੈਲੀਗ੍ਰਾਮ ਗਰੁੱਪ ਦੇ ਉੱਤੇ ਜੁਆਇਨ ਆਪਣਾ ਸਿੰਪਲ ਜੁਆਇਨ ਕਰਕੇ ਤੁਸੀਂ ਅਟੈਂਡ ਕਰ ਸਕਦੇ ਹੋ, ਪਾਰਟਿਸਿਪੇਟ ਕਰ ਸਕਦੇ ਹੋ, ਤੇ ਆਪਣੀ ਜਿਹੜੀ ਪ੍ਰੈਪਰੇਸ਼ਨ ਉਹ ਵਧੀਆ ਤਰੀਕੇ ਨਾਲ ਲੈ ਕੇ ਚੱਲ ਸਕਦੇ ਹੋ। ਸੋ ਕੁਇਜ਼ ਦੇ ਪੋਲ ਹੈ ਜਿਹੜੇ ਤੁਹਾਡੇ ਲਈ ਬਹੁਤ ਜ਼ਿਆਦਾ ਬੈਨੀਫੀਸ਼ੀਅਲ ਹੋ ਸਕਦੇ, ਤਾਂ ਭਾਵੇਂ ਤੁਸੀਂ ਕਿਸੇ ਵੀ ਐਗਜ਼ਾਮ ਦੇ ਲਈ ਜਿਹੜੇ ਹੈਗੇ ਪ੍ਰਪੇਅਰ ਕਰ ਰਹੇ ਹੋ, ਤਾਂ ਤੁਹਾਡੇ ਕੁਇਜ਼ ਨੇ ਜਿਹੜੇ ਉਹ ਇਕੱਲੇ ਇੰਗਲਿਸ਼ ਨਾਲ ਰਿਲੇਟਡ ਨਹੀਂ ਹੁੰਦੇ, ਹਰ ਇੱਕ ਸਬਜੈਕਟ ਨਾਲ ਰਿਲੇਟਡ ਕੁਇਜ਼ ਆ ਜਿਹੜੇ ਉੱਥੇ ਕਰਵਾਏ ਜਾਂਦੇ ਨੇ। ਸੋ ਇਹ ਸੀ ਤੁਹਾਡੇ ਕੋਲ ਬੇਸਿਕ ਆਪਾਂ ਫਾਰਮੈਲਿਟੀ ਬੇਸਿਸ ਜੋ ਚੀਜ਼ਾਂ ਦੱਸਣੀ ਹੁੰਦੀ ਹੈ। ਸੋ ਸਟਾਰਟ ਕਰਦੇ ਹਾਂ ਆਪਾਂ ਅਗਲੀ ਸੈਕੰਡ ਕਲਾਸ ਆਰਟੀਕਲ से स्टार्ट करना है। अगेन फर्स्ट क्लास ਤੁਹਾਡੀ ਹੋ ਚੁੱਕੀ ਹੈ, ਸੈਕੰਡ ਕਲਾਸ ਅੱਜ ਆਪਾਂ ਕਰਨ ਜਾ ਰਹੇ ਹਾਂ। ਜੋ ਸਟੂਡੈਂਟ ਨਿਊ ਨੇ ਪਲੀਜ਼ ਫਰਸਟ ਕਲਾਸ ਪਹਿਲਾਂ ਜ਼ਰੂਰ ਦੇਖਣੀ ਹੈ, ਇਸ ਤੋਂ ਬਾਅਦ ਤੁਸੀਂ ਸੈਕੰਡ ਕਲਾਸ ਹੈ ਜਿਹੜੀ ਉਹਨੂੰ ਚੈੱਕ ਕਰਨਾ ਹੈ। ਹਾਂਜੀ, ਤਾਂ ਫਰਸਟ ਕਲਾਸ ਦੇ ਵਿੱਚ ਤੁਹਾਨੂੰ ਇੱਕ ਹੋਮਵਰਕ ਦਿੱਤਾ ਗਿਆ ਸੀ, ਜਿਨ੍ਹਾਂ ਨੇ ਨਹੀਂ ਕੀਤਾ ਤਾਂ ਹੁਣ ਆ ਜਿਹੜਾ ਤੁਸੀਂ ਨਾਲ ਨਾਲ ਹੈ ਉਹ ਅਟੈਂਡ ਕਰ ਲੈਣਾ ਹੈ, ਅਟੈਂਪਟ ਕਰ ਲੈਣਾ ਹੈ। ਦੇਖੋ ਜੀ ਆਹ ਸ਼ੀਟ ਸੀ ਤੁਹਾਨੂੰ ਦਿੱਤੀ ਗਈ ਸੀ ਕਿ ਤੁਸੀਂ ਹੋਮਵਰਕ ਦੇ ਵਿੱਚ ਕਰਨੀ ਸੀ, ਆਪਣੇ ਕੋਲੇ ਕੀਤਾ ਵੀ ਪਿਆ ਕਿ ਤੁਸੀਂ ਹੋਮਵਰਕ ਵਾਸਤੇ ਜਿਹੜਾ ਇਹ ਕੰਮ ਤੁਹਾਨੂੰ ਪ੍ਰੋਵਾਈਡ ਕਰਵਾਇਆ ਗਿਆ ਸੀ। ਦੇਖੋ ਜੀ ਆਪਾਂ ਕੀ ਕਰਨਾ ਸੀ, ਕੁਐਸਚਨ ਦਿੱਤੇ ਹੋਏ ਤੁਹਾਨੂੰ ਫਿਲਅਪ ਹੈ ਜਿਹੜਾ ਤੁਸੀਂ ਕਰਨਾ ਹੈ, ਯੂਜ਼ ਏ ਐਂਡ ਟੂ ਫਿਲ ਦਾ ਫੋਲੋਇੰਗ ਬਲੈਂਕਸ। ਤੁਹਾਡੇ ਕੋਲੇ ਫਿਲਅਪਸ ਨੇ ਜਿਹੜੀਆਂ ਤੁਸੀਂ ਫਿਲ ਕਰਨੀਆਂ ਨੇ ਵਿਦ ਵਰਡਸ ਏ ਔਰ ਐਂਡ, ਤੁਹਾਡੇ ਕੋਲੇ ਆਪਸ਼ਨਸ ਨੇ, ਤੁਸੀਂ ਏ ਦਾ ਯੂਜ਼ ਕਰ ਸਕਦੇ ਹੋ, ਐਂਡ ਦਾ ਯੂਜ਼ ਜਿਹੜਾ ਕਰ ਸਕਦੇ ਹੋ, ਤਾਂ ਉਹਦੇ ਨਾਲ ਤੁਸੀਂ ਫਿਲ ਕਰਨੀ ਹੈ। ਦੇਖੋ ਜੀ ਫਰਸਟ ਕੀ ਹੈ ਤੁਹਾਡੇ ਕੋਲੇ ਫਿਲਅਪ ਬਲੈਂਕ ਯੂਅਰ ਪਿਨ, ਤਾਂ ਤੁਸੀਂ ਚੈੱਕ ਕਰੋਗੇ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਵੋਵਲ ਸਾਊਂਡ ਤੁਹਾਨੂੰ ਦੱਸਿਆ ਗਿਆ ਕਿ ਐਂਡ ਦਾ ਯੂਜ਼ ਉੱਥੇ ਕੀਤਾ ਜਾਂਦਾ ਜਿੱਥੇ ਤੁਹਾਡੇ ਕੋਲੇ ਕੀ ਹੋਵੇ ਵੋਵਲ ਸਾਊਂਡ ਜਿਹੜੀ ਉਹ ਯੂਜ਼ ਕੀਤੀ ਜਾਵੇ। ਵੋਵਲ ਸਾਊਂਡ ਦਾ ਯੂਜ਼ ਹੋ ਰਿਹਾ ਹੈ, ਤੁਸੀਂ ਕੀ ਕਰੋਗੇ ਐਂਡ ਦਾ ਯੂਜ਼ ਕਰੋਗੇ। ਵੋਵਲ ਸਾਊਂਡ ਹੁਣ ਕਿਹੜੀਆਂ ਕਿਹੜੀਆਂ ਹੁੰਦੀਆਂ ਆਪਾਂ ਦੇਖਿਆ ਸੀ ਪੰਜਾਬੀ ਦੇ ਵਿੱਚ ਤੁਹਾਡੇ ਕੋਲੇ ਤਿੰਨ ਵਰਡ ਨੇ, ਊੜਾ ਆੜਾ ਈੜੀ, ਹੁਣ ਇਹਨਾਂ ਨਾਲ ਜਿੰਨੀ ਵੀ ਮੁਹਾਰਨੀ ਆ ਈ ਈ ਐਵੇਂ ਕਰਕੇ, ਤਾਂ ਉਹ ਸਾਰੀ ਕਿਹਦੇ ਵਿੱਚ ਆ ਜਾਏਗੀ ਤੁਹਾਡੇ ਕੋਲੇ ਵੋਵਲ ਸਾਊਂਡ ਦੇ ਵਿੱਚ ਆ ਜਾਏਗੀ। ਜੇ ਹਿੰਦੀ ਦੇ ਵਿੱਚ ਦੇਖ ਰਹੇ ਹੋ ਤਾਂ ਤੋਂ ਲੈ ਕੇ ਤੁਹਾਡੇ ਕੋਲੇ ਔਰ
से ਔ ਦੀ ਮਾਤਰਾ ਤੱਕ ਤੁਹਾਡੇ ਕੋਲ ਗਿਆਨ ਹੁੰਦੇ ਸਾਰੇ ਵੋਵਲ ਸਾਊਂਡ ਦੇ ਵਿੱਚ ਹੀ ਕਾਊਂਟ ਕੀਤੇ ਜਾਂਦੇ ਆ। ਤਾਂ ਹੁਣ ਦੇਖੋ ਤੁਹਾਡੇ ਕੋਲ ਫਰਸਟ ਜਿਹੜੀ ਫਿਲਪ ਸੀਗੀ ਬਲੈਕ ਯੂਰੋਪੀਅਨ ਕਹਿੰਦੇ ਯੂਰੋਪੀਅਨ ਨਹੀਂ ਕਿਹਾ ਜਾਂਦਾ ਮਤਲਬ ਇਹ ਦੀ ਆਵਾਜ਼ ਨਹੀਂ ਆਉਂਦੀ ਤੁਹਾਡੇ ਕੋਲ ਜੇ ਦੀ ਆਵਾਜ਼ ਆ ਜਿਹੜੀ ਤੁਹਾਡੇ ਕੋਲ ਨਿਕਲਦੀ ਹੈ ਇਟ ਮੀਨਸ ਤੁਹਾਡੇ ਕੋਲ ਕੌਨਸੋਨੈਂਟ ਆਵਾਜ਼ ਆ ਰਹੀ ਹੈ ਤਾਂ ਤੁਸੀਂ ਕੀ ਯੂਜ਼ ਕਰੋਗੇ ਇਹ ਯੂਜ਼ ਕਰੋਗੇ ਔਰ ਯੂਰੋਪੀਅਨ ਵਰਡ ਹੈ ਤੁਸੀਂ ਯੂਜ਼ ਕਰੋਗੇ। ਨੈਕਸਟ ਹੈ ਜੀ ਤੁਹਾਡੇ ਕੋਲ ਫਿਲਪ ਤੁਸੀਂ ਪੁੱਟ ਕਰਨਾ ਹੈ ਬਲੈਕ ਔਰੇਂਜ ਔਰੇਂਜ ਦੇ ਵਿੱਚ ਤੁਹਾਡੇ ਕੋਲ ਸਾਊਂਡ ਕੀ ਦੀ ਆਈ ਵੋਵਲ ਸਾਊਂਡ ਸੋ ਐਨ ਔਰੇਂਜ ਯੂਜ਼ ਕੀਤਾ ਜਾਏਗਾ। ਨੈਕਸਟ ਹੈ ਜੀ ਬਲੈਕ ਓਨੈਸਟ मैन आएगा ਇੱਥੇ ਐਨ ਓਨੈਸਟ ਮੈਨ ਤੁਸੀਂ ਯੂਜ਼ ਕਰੋਗੇ ਬਿਕੋਜ਼ ਐਚ ਹੈ ਜਿਹੜੀ ਉਹ ਸਾਇਲੈਂਟ ਹੈ ਤੁਸੀਂ ਇਹਨੂੰ ਕੀ ਪੜ੍ਹਦੇ ਹੋ ਓਨੈਸਟ ਵਰਡ ਯੂਜ਼ ਕਰਦੇ ਹੋ ਓਨੈਸਟ ਸੋ ਓ ਦੀ ਆਵਾਜ਼ ਆ ਰਹੀ ਹੈ ਅਗੇਨ ਤੁਹਾਡੇ ਕੋਲ ਕੀ ਹੈ ਵੋਵਲ ਸਾਊਂਡ ਹੈ ਤੁਸੀਂ ਯੂਜ਼ ਕਰੋਗੇ ਐਨ ਦਾ ਐਨ ਓਨੈਸਟ ਮੈਨ। ਨੈਕਸਟ ਹੈ ਜੀ ਬਲੈਂਕ ਬॉय ਅਗੇਨ ਸਾਰੀ ਸਾਊਂਡ ਆ ਰਹੀ ਹੈ ਤੁਹਾਡੇ ਕੋਲੇ ਕੌਨਸੋਨੈਂਟ ਸਾਊਂਡ ਆ ਰਹੀ ਹੈ ਸੋ ਉਹ ਬॉय ਤੁਸੀਂ ਯੂਜ਼ ਕਰੋਗੇ। ਦਾ ਦੀ ਤੁਹਾਡੇ ਕੋਲ ਇੱਥੇ ਆਪਸ਼ਨ ਹੀ ਨਹੀਂ ਹੈ ਤੁਸੀਂ ਇਹ ਤੇ ਐਨ ਪੁੱਟ ਕਰਨਾ ਦਾ ਦਾ ਵਰਡ ਤੁਸੀਂ ਇੱਕ ਵਾਰ चेक करके चलोगे दादा यूज अपने नहीं कर रहे। नेक्स्ट ਤੁਹਾਡੇ ਕੋਲੇ ਬਲੈਂਕ ਕੁਐਸਚਨ ਅਗੇਨ ਕੁਐਸਚਨ ਵਰਡ ਦੇਖੋ ਤਾਂ ਕਾਦੀ ਸਾਊਂਡ ਆਈ ਤੁਹਾਡੇ ਕੋਲੇ ਕ ਤੇ ਸੋ ਅਗੇਨ ਤੁਹਾਡੇ ਕੋਲੇ ਕੀ ਆਈ ਹੈ ਕੌਨਸੋਨੈਂਟ ਸਾਊਂਡ ਆਈ ਹੈ ਤਾਂ ਤੁਸੀਂ ਕੀ ਯੂਜ਼ ਕਰੋਗੇ ਇਹ ਯੂਜ਼ ਆ ਜਿਹੜਾ ਇੱਥੇ ਕਰੋਗੇ ਅ ਯੂਰੋਪੀਅਨ ਐਨ ਔਰੇਂਜ ਐਨ ਓਨੈਸਟ ਮੈਨ ਅ ਬॉय ਐਂਡ ਅ ਕੁਐਸਚਨ ਤਾਂ ਇਹ ਸੀ ਤੁਹਾਡਾ ਹੋਮਵਰਕ ਕੁਐਸਚਨ ਦੇ ਆਨਸਰ। ਆਈ ਹੋਪ ਤੁਸੀਂ ਅਟੈਂਪਟ ਕੀਤਾ ਹੋਣਾ ਜਿੰਨਾ ਵੀ ਤੁਹਾਨੂੰ ਕੁਐਸਚਨ ਇਹ 3-5 ਫਿਲਅਪਸ ਜਿਹੜੀਆਂ ਸੀ ਤੁਹਾਨੂੰ ਦਿੱਤੀਆਂ ਗਈਆਂ ਸੀ ਤੇ ਤੁਸੀਂ ਕਰ ਲਿਆ ਹੋਗੇ। ਹਾਂਜੀ ਤਾਂ ਅੱਜ ਦੀ ਕਲਾਸ ਦੇ ਵਿੱਚ ਤੁਹਾਨੂੰ ਥੋੜਾ ਜਿਹਾ ਲੈ ਕੇ ਚੱਲੀਏ ਆਪਾਂ ਇੱਕ ਪਿਕ ਸ਼ੋ ਕਰਾਂਗੇ। ਦੇਖੋ ਜੀ ਆ ਪਿਕਚਰ ਹੈ ਤੁਹਾਡੇ ਕੋਲੇ ਸਕਰੀਨ ਦੇ ਉੱਤੇ ਤੁਹਾਨੂੰ ਸ਼ੋ ਹੋ ਰਿਹਾ ਡੈਫੀਨਿਟ ਆਰਟੀਕਲ ਦਾ ਯੂਜ਼ ਕਿਵੇਂ ਕੀਤਾ ਜਾਂਦਾ ਹੈ। ਬੇਸਿਕ ਆਪਾਂ ਡੈਫੀਨੇਸ਼ਨ ਕੱਲ ਕਰ ਲਈ ਕਿ ਡੈਫੀਨਿਟ ਆਰਟੀਕਲ ਦਾ ਮਤਲਬ ਕੀ ਹੈ ਤੁਹਾਡੇ ਕੋਲੇ ਆਰਟੀਕਲ ਦਾ ਦਾ ਯੂਜ਼ ਕਿੱਥੇ ਕੀਤਾ ਜਾਏਗਾ ਜਿਹੜੀ ਚੀਜ਼ ਬਾਰੇ ਤੁਸੀਂ ਜਾਣਦੇ ਹੋ ਜਿਹਦੇ ਬਾਰੇ ਤੁਹਾਨੂੰ ਪਤਾ ਹੈ ਤਾਂ ਤੁਸੀਂ ਉਹਦੇ ਵਾਸਤੇ ਯੂਜ਼ ਕਰ ਲੈਂਦੇ ਹੋ ਆਰਟੀਕਲ ਦਾ। ਤਾਂ ਇੱਥੇ ਦੇਖੋ ਤੁਹਾਡੇ ਕੋਲ ਕੀ ਕੀਤਾ ਹੋਇਆ ਇੱਕ ਬॉय ਦੀ ਪਿਕਚਰ ਹੈ ਜਿਹੜੀ ਤੁਹਾਨੂੰ ਸ਼ੋ ਕੀਤੀ ਹੋਈ ਹੈ। ਦਿਸ ਬੇਸਿਕਲੀ ਦੇਖਿਆ ਜਾਵੇ ਤਾਂ ਦਾ ਯੂਜ਼ ਕੀ ਹੈ ਤੁਹਾਡੇ ਕੋਲੇ ਟੈਲਸ ਅਸ ਸਮਥਿੰਗ ਇਜ਼ ਸਪੈਸੀਫਿਕ ਕਿਤੇ ਖਾਸ ਚੀਜ਼ ਬਾਰੇ ਤੁਹਾਨੂੰ ਦੱਸਦਾ ਹੈ ਤੇ ਜਿਵੇਂ ਇੱਥੇ ਤੁਹਾਡੇ ਕੋਲੇ ਦਾ ਬॉय ਯੂਜ਼ ਕੀਤਾ ਹੈ ਉਹ ਬॉय ਦੀ ਥਾਂ ਤੇ ਜਿਵੇਂ ਆਪਾਂ ਉੱਪਰ ਫਿਲਮ ਕਰਕੇ ਆਇਆ ਉਹ ਬॉय ਬਟ ਇੱਥੇ ਤੁਹਾਡੇ ਕੋਲੇ ਦਾ ਬॉय ਦਾ ਯੂਜ਼ ਕੀਤਾ ਗਿਆ ਦਾ ਵਰਡ ਕਿਉਂ ਆਇਆ ਬਿਕੋਜ਼ ਜਿਹੜਾ ਬॉय ਤੁਹਾਡੇ ਕੋਲੇ ਪਿਕਚਰ ਦੇ ਵਿੱਚ ਤੁਹਾਨੂੰ ਸ਼ੋ ਹੋ ਰਿਹਾ ਇੱਥੇ ਤਾਂ ਉਹ ਕੀ ਹੈ ਤੁਸੀਂ ਉਹਨੂੰ ਜਾਣਦੇ ਹੋ ਜਾਂ ਫਿਰ ਜਿਹੜੇ ਰਾਈਟਰ ਨੇ ਇਹ ਵਾਲੀ ਚੀਜ਼ ਲਿਖੀ ਹੈ ਦਾ ਬॉय ਲਿਖਿਆ ਉਹ ਕੀ ਹੈ ਇਸ ਬॉय ਨੂੰ ਜਾਣਦਾ। ਸੋ ਦਿਸ ਇਜ਼ ਅ ਸਪੈਸੀਫਿਕ ਬॉय ਇਹ ਪਰਸਨ ਕੀ ਹੈ ਜਿਹੜਾ ਬॉय ਹੈ ਇਹ ਕੀ ਇੱਕ ਖਾਸ ਹੁੰਦਾ ਹੈ ਜਿਹਨੂੰ ਕੋਈ ਜਾਣਦਾ ਹੈ ਦਾ ਰਾਈਟਰ ਐਂਡ ਦਾ ਰੀਡਰ ਨੋ ਅਬਾਊਟ ਹਿਮ ਚਾਹਤੇ ਤੁਸੀਂ ਕਹਿ ਲਓ ਰਾਈਟਰ ਜਿਹਨੇ ਜਿਹੜੀ ਇਹ ਫਰੇਜ਼ ਲਿਖੀ ਹੈ ਦਾ ਬॉय ਲਿਖਿਆ ਉਹ ਇਹਨੂੰ ਜਾਣਦਾ ਹੋ ਸਕਦਾ ਹੈ ਜਦ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਮੈਂ ਤੇ ਦਾ ਬॉय then ਕਹੋ that the boy in the picture is my friend ਤਾਂ ਅਗੇਨ ਤੁਸੀਂ ਯੂਜ਼ ਕਰ ਲੈਣਗੇ ਦਾ ਬॉय ਬਿਕਾਜ਼ ਤੁਸੀਂ ਉਹਨੂੰ ਜਾਣਦੇ ਹੋ ਤਾਂ ਫਰੈਂਡ ਹੈ ਤਾਂ ਤੁਹਾਡੇ ਕੋਲ ਕੀ ਆ ਜਾਏਗਾ ਉਹਦਾ ਆਰਟੀਕਲ ਦਾ ਯੂਜ਼ ਹੋਏਗਾ ਦਾ ਰਾਈਟਰ ਐਂਡ ਰੀਡਰ ਨੋ ਅਬਾਊਟ ਹਿਮ ਦਾ ਆਰਟੀਕਲ ਕੀ ਆ ਜਾਏਗਾ ਤੁਹਾਡੇ ਕੋਲ ਦਾ ਯੂਜ਼ ਕੀਤਾ ਜਾਏਗਾ ਦਾ ਬॉय ਤੁਸੀਂ ਇੱਕ ਵਾਰ ਯੂਜ਼ ਕਰੋਗੇ। ਸਿਮਿਲਰਲੀ ਤੁਹਾਡੇ ਕੋਲ ਅਗੇਨ ਉਸੇ ਬॉय ਦੀ ਪਿਕਚਰ ਹੈ ਤੇ ਆਰਟੀਕਲ ਤੁਸੀਂ ਯੂਜ਼ ਕਰ ਰਹੇ ਹੋ ਏ ਔਰ ਐਨ ਦੇ ਵਿੱਚੋਂ ਇਹ ਐਨ ਕੀ ਨੇ ਤੁਹਾਡੇ ਇਨਡੈਫੀਨਿਟ ਆਰਟੀਕਲ ਨੇ ਮਤਲਬ ਕੋਈ ਚੀਜ਼ ਜਿਹਦੇ ਬਾਰੇ ਤੁਸੀਂ ਨਹੀਂ ਜਾਣਦੇ ਹੈਗੇ ਨਾਟ ਸਪੈਸੀਫਿਕ ਹੈ ਅਤੇ ਦੇਖੋ ਤੁਸੀਂ ਟੈਲਸ ਅਸ ਸਮਥਿੰਗ ਇੱਕ ਨਾਨ ਸਪੈਸੀਫਿਕ ਕਿਸੇ ਖਾਸ ਚੀਜ਼ ਬਾਰੇ ਨਾ ਦੱਸਦੇ ਹੋਏ ਮਤਲਬ ਜਾਂ ਸਿੰਪਲ ਤੁਸੀਂ ਕਹਿ ਸਕਦੇ ਹੋ ਇਹੋ ਜਿਹੀ ਚੀਜ਼ ਜਿਹਨੂੰ ਜਿਹੜੀ ਕਿ ਆਮ ਜੀ ਹੈ ਤੁਹਾਡੇ ਲਈ ਤਾਂ ਤੁਸੀਂ ਯੂਜ਼ ਕਰੋਗੇ ਇਨਡੈਫੀਨਿਟ ਆਰਟੀਕਲ ਮਤਲਬ ਤੁਹਾਡੇ ਕੋਲ ਯੂਜ਼ ਹੋਏਗਾ ਇਹ ਜਾਂ ਫਿਰ ਐਨ ਦੇ ਵਿੱਚ ਕੋਈ ਇੱਕ ਆਰਟੀਕਲ ਚੈੱਕ ਕਰੋ ਤੁਹਾਡੇ ਕੋਲ ਨੀਚੇ ਫਰੇਜ਼ ਹੈ ਇਹ ਬॉय ਯੂਜ਼ ਕੀਤਾ ਹੋਇਆ ਉਹ ਬॉय ਜਿਵੇਂ ਆਪਾਂ ਉੱਪਰ ਯੂਜ਼ ਕੀਤਾ ਹੀ ਸੀਗਾ ਤੁਹਾਨੂੰ ਫਿਲ ਅਪ ਕਰਵਾਈ ਸੀ ਇਹ ਐਨ ਦੇ ਵਿੱਚ ਤੁਸੀਂ ਯੂਜ਼ ਕੀਤਾ ਸੀ ਉਹਦਾ ਐਨ ਦਾ ਯੂਜ਼ ਨਹੀਂ ਹੁੰਦਾ ਬਿਕਾਜ਼ ਵੋਵਲ ਸਾਊਂਡ ਨਹੀਂ ਹੈ ਤੁਸੀਂ ਕੀ ਕਰ ਰਹੇ ਹੋ ਕੌਨਸੋਨੈਂਟ ਸਾਊਂਡ ਦੇ ਅੱਗੇ ਇਹ ਦਾ ਯੂਜ਼ ਕਰ ਰਹੇ ਹੋ ਉਹ ਬॉय ਯੂਜ਼ ਕੀਤਾ ਮਤਲਬ ਉਹ ਕੀ ਹੁੰਦਾ ਤੁਹਾਡੇ ਕੋਲ ਇਨਡੈਫੀਨਿਟ ਦੇ ਲਈ ਜਨਰਲ ਫਾਰਮ ਲਈ ਯੂਜ਼ ਕੀਤਾ ਜਾਣ ਵਾਲਾ ਹੈ ਸੋ ਇੱਥੇ ਜਿਹੜਾ ਪਿਕਚਰ ਦੇ ਵਿੱਚ ਬॉय ਸ਼ੋ ਕੀਤਾ ਜਾ ਰਿਹਾ ਇਹਨੂੰ ਤੁਸੀਂ ਨਹੀਂ ਜਾਣਦੇ ਜਾਂ ਰਾਈਟਰ ਜਿਹੜੇ ਨੇ ਇਹਨੂੰ ਇਹਦੇ ਬਾਰੇ ਲਿਖਿਆ ਉਹ ਵੀ ਇਹਨੂੰ ਨਹੀਂ ਜਾਣਦਾ। ਦਿਸ ਇਜ਼ ਐਨੀ ਬॉय ਇਹ ਕੋਈ ਵੀ ਜਿਹੜਾ ਪਰਸਨ ਹੈ ਉਹ ਬॉय ਹੈ ਉਹ ਹੋ ਸਕਦਾ ਹੈ ਹੀ ਇਜ਼ ਨਾਟ ਨੋਨ ਟੂ ਦਾ ਰਾਈਟਰ ਔਰ ਦਾ ਰੀਡਰ ਇਹ ਹੈ ਜਿਹੜਾ ਤੁਹਾਡੇ ਕੋਲੇ ਨੋਨ ਨਹੀਂ ਹੈ ਨਹੀਂ ਜਾਣਦੇ ਹੈਗੇ ਇਹਦੇ ਬਾਰੇ ਕੌਣ ਰਾਈਟਰ ਜਾਂ ਫਿਰ ਤੁਹਾਡੇ ਕੋਲੇ ਰੀਡਰ ਰਾਈਟਰ ਤੇ ਰੀਡਰ ਇਹਦੇ ਤੋਂ ਕਿਨੇ ਅਨਨੋਨ ਨੇ ਸੋ ਤੁਸੀਂ ਯੂਜ਼ ਕਰੋਗੇ ਆਰਟੀਕਲ ਏ ਦਾ ਇੱਥੇ ਦਾ ਯੂਜ਼ ਜਿਹੜਾ ਉਹ ਨਹੀਂ ਹੋਏਗਾ। ਆਈ ਹੋਪ ਤੁਹਾਨੂੰ ਏ ਐਂਡ ਦਾ ਡਿਫਰੈਂਸ ਦਾ ਪਤਾ ਲੱਗ ਗਿਆ ਹੋਣਾ। ਐਂਡ ਦਾ ਯੂਜ਼ ਤਾਂ ਬਹੁਤ ਸਿੰਪਲ ਹੈ ਜਿੱਥੇ ਵੋਵਲ ਸਾਊਂਡ ਆ ਰਹੀ ਹੈ ਤੁਸੀਂ ਐਂਡ ਦਾ ਯੂਜ਼ ਕਰੋਗੇ ਬਸ ਤੁਹਾਡੇ ਕੋਲ ਚਾਰ ਤਰ੍ਹਾਂ ਦੀਆਂ ਚੀਜ਼ਾਂ ਕੀ ਹੈ ਏ ਤੇ ਦਾ ਏ ਦਾ ਯੂਜ਼ ਕਿੱਥੇ ਹੋਏਗਾ ਤੇ ਦਾ ਯੂਜ਼ ਤੁਸੀਂ ਕਿੱਥੇ ਕਰੋਗੇ। ਹਾਂਜੀ ਤਾਂ ਵੈਰੀ ਫਰਸਟ ਟੌਪਿਕ ਹੈ ਜਿਹੜਾ ਤੁਸੀਂ ਨੋਟ ਕਰੋਗੇ ਦੈਟ ਇਜ਼ ਯੂਜ਼ ਆਫ ਜ਼ੀਰੋ ਆਰਟੀਕਲ ਤਾਂ ਹੁਣ ਜ਼ੀਰੋ ਆਰਟੀਕਲ ਦਾ ਹੁਣ ਆਪਾਂ ਕਿਤੇ ਪੜ੍ਹੇਗੀ ਜ਼ੀਰੋ ਆਰਟੀਕਲ ਕੀ ਹੈ। ਹਾਂਜੀ ਤਾਂ ਜ਼ੀਰੋ ਆਰਟੀਕਲ ਦਾ ਮਤਲਬ ਕੀ ਹੈ ਤੁਹਾਡੇ ਕੋਲ ਵੀ ਕਿਸੇ ਵੀ ਆਰਟੀਕਲ ਦਾ ਯੂਜ਼ ਨਹੀਂ ਹੋਏਗਾ नो आर्टिकल जीरो आर्टिकल मीनस नो आर्टिकल ਜਿਵੇਂ ਨਾ ਤਾਂ ਤੁਸੀਂ ਕਿਸੇ ਏ ਦਾ ਯੂਜ਼ ਕਰਨਾ ਹੈ ਨਾ ਹੀ ਤੁਹਾਡੇ ਕੋਲੇ ਐਨ ਦਾ ਯੂਜ਼ ਹੋਵੇ ਨਾ ਹੀ ਤੁਸੀਂ ਆਰਟੀਕਲ ਦਾ ਯੂਜ਼ ਕਰੋ ਇਹ ਤਿੰਨੀ ਵਰਡ ਨੇ ਜਿਹੜੇ ਤੁਹਾਡੇ ਆਰਟੀਕਲ ਚ ਆਉਂਦੇ ਆ ਤੇ ਜਿਹੜੇ ਵਰਡ ਤੁਹਾਡੇ ਕੋਲੇ ਨੀਚੇ ਲਿਖੇ ਜਾਣਗੇ ਇਹਨਾਂ ਨਾਲ ਨਾ ਤਾਂ ਏ ਆਵੇ ਨਾ ਐਨ ਦਾ ਯੂਜ਼ ਹੋਵੇ ਤੇ ਨਾ ਹੀ ਤੁਸੀਂ ਆਰਟੀਕਲ ਦਾ ਹੈ ਜਿਹੜਾ ਉਹਨਾਂ ਨਾਲ ਯੂਜ਼ ਕਰ
मतलब ਕਿ ਤੁਹਾਡੇ ਕੋਲੇ ਬਿਨਾਂ ਆਰਟੀਕਲ ਤੋਂ ਯੂਜ਼ ਕੀਤੇ ਜਾਣਗੇ ਨੀਚੇ ਵਾਲੀ ਕੈਟੇਗਰੀ ਦੇ ਵਿੱਚ ਦੱਸੇ ਹੋਏ ਸਾਰੇ ਦੇ ਸਾਰੇ ਵਰਡਸ। ਸਭ ਤੋਂ ਪਹਿਲਾਂ ਤੁਹਾਡੇ ਕੋਲੇ ਹੈਗਾ ਐਬਸਟਰੈਕਟ ਨਾउन्स। ਤਾਂ ਹੁਣ ਨਾउन ਦੀ ਕਲਾਸਿਸ ਦੇ ਵਿੱਚ ਜਦੋਂ ਆਪਾਂ ਨਾउन ਦੀਆਂ ਟਾਈਪਸ ਪੜ੍ਹੀਆਂ ਸੀ ਉੱਥੇ ਤੁਹਾਨੂੰ ਐਬਸਟਰੈਕਟ ਨਾउन ਬਾਰੇ ਦੱਸਿਆ ਸੀ, ਮਟੀਰੀਅਲ ਨਾउन ਵੀ ਆਪਾਂ ਉੱਥੇ ਕੀਤਾ ਸੀ, ਕਾਊਂਟੇਬਲ ਅਨਕਾਊਂਟੇਬਲ ਨਾउन ਵੀ ਜਿਹੜੇ ਆਪਾਂ ਡਿਸਕਸ ਕੀਤੇ ਸੀ। ਹੁਣ ਜਿਨ੍ਹਾਂ ਨੇ ਨਾउन ਦੀਆਂ ਕਲਾਸਿਸ ਲਗਾਈਆਂ ਹੋਈਆਂ ਉਹਨਾਂ ਨੂੰ ਕਲੀਅਰ ਹੋਣਾ ਹੈ ਕਿ ਐਬਸਟਰੈਕਟ ਨਾउन ਕੀ ਹੁੰਦਾ ਹੈ। ਇਹੋ ਜਿਹੇ ਨਾउन ਜਿਹੜੇ ਕਿ ਤੁਸੀਂ ਸਿੰਪਲ ਫੀਲ ਕਰਦੇ ਹੋ, ਟੱਚ ਨਹੀਂ ਕਰ ਸਕਦੇ, ਤਾਂ ਉਹਨਾਂ ਨੂੰ ਵੀ ਕਹਿੰਦੇ ਹੁੰਦੇ ਆ ਐਬਸਟਰੈਕਟ ਨਾउन। ਜਿਵੇਂ ਹੈਪੀਨੈਸ, ਪੇਨ, ਤਾਂ ਇਹ ਕੀ ਹੈ ਤੁਹਾਡੇ ਐਬਸਟਰੈਕਟ ਨਾउन ਦੇ ਵਿੱਚ ਆ ਜਾਂਦੇ ਆ। ਫॉर एग्जांपल ਜਿਵੇਂ ਆਪਾਂ ਇੱਥੇ ਨੋਟ ਕਰੀਏ ਦੋ ਤਿੰਨ ਵਰਡ, ਜਿਵੇਂ ਹੈਪੀਨੈਸ ਆ ਗਈ ਤੁਹਾਡੀ, ਹੈਪੀਨੈਸ, ਹੈਪੀਨੈਸ। ਬਿਊਟੀ ਵਰਡ ਯੂਜ਼ ਕਰਦੇ, ਬਿਊਟੀ। ਤੁਹਾਡੇ ਕੋਲੇ ਵਰਡ ਜਿਵੇਂ ਲਵ ਹੁੰਦਾ ਹੈ, ਲਵ। ਇਹ ਸਾਰੇ ਕਿਹਦੇ ਐਬਸਟਰੈਕਟ ਨਾउन ਨੇ ਜਿਹੜੇ ਕਿ ਸਿਰਫ ਫੀਲ ਕੀਤੇ ਜਾਂਦੇ ਆ, ਤੁਸੀਂ ਟੱਚ ਨਹੀਂ ਕਰ ਸਕਦੇ। ਸਿਮਿਲਰਲੀ ਜਿਵੇਂ ਤੁਸੀਂ ਸਾਇਲੈਂਟ ਵਰਡ ਯੂਜ਼ ਕਰਦੇ ਹੋ, ਵਾਇਲੈਂਸ ਵਰਡ ਕਰਦੇ ਹੋ, ਤਾਂ ਤੁਹਾਡੇ ਐਬਸਟਰੈਕਟ ਨਾउन ਦੇ ਵਿੱਚ ਹੈ ਜਿਹੜੇ ਇਹ ਕਾਊਂਟ ਕੀਤੇ ਜਾਣਗੇ, ਬਿਕੋਜ਼ ਉਹਨਾਂ ਨੂੰ ਟੱਚ ਨਹੀਂ ਕੀਤਾ ਜਾ ਸਕਦਾ, ਸਿਰਫ ਫੀਲ ਕੀਤਾ ਜਾ ਸਕਦਾ ਹੈ। ਕੋਈ ਪਰਸਨ ਹੈਪੀ ਹੈ ਜਾਂ ਫਿਰ ਸੈਡ ਹੈ, ਇਹ ਸਿਰਫ ਫੀਲ ਕਰ ਸਕਦੇ ਹੋ, ਤੁਸੀਂ ਟੱਚ ਕਰਕੇ ਤਾਂ ਨਹੀਂ ਦੇਖ ਸਕਦੇ। ਬਿਊਟੀ ਕਿਸੇ ਪਰਸਨ ਦੀ ਕੋਈ ਕਿੰਨਾ ਕੁ ਵਧੀਆ ਹੈ ਨਾ, ਤਾਂ ਇਹ ਵਾਲੀ ਚੀਜ਼ ਅਗੇਨ ਤੁਸੀਂ ਟੱਚ ਕਰਕੇ ਤਾਂ ਨਹੀਂ ਦੇਖ ਸਕਦੇ, ਇਹ ਤੁਸੀਂ ਫੀਲ ਕਰੋਗੇ। ਲਵ ਅਗੇਨ ਕਿਸੇ ਲਈ ਫੀਲ ਕੀਤਾ ਜਾਂਦਾ। ਸੋ ਇਹ ਕੀ ਨੇ ਤੁਹਾਡੇ ਕੋਲੇ ਐਬਸਟਰੈਕਟ ਨਾउन्स ਨੇ, ਇਹਨਾਂ ਦੇ ਨਾਲ ਕੋਈ ਆਰਟੀਕਲ ਯੂਜ਼ ਨਹੀਂ ਹੁੰਦਾ। ਉਹ ਹੈਪੀਨੈਸ, ਉਹ ਬਿਊਟੀ, ਉਹ ਲਵ, ਇਹ ਚੀਜ਼ਾਂ ਤੁਸੀਂ ਯੂਜ਼ ਨਹੀਂ ਕਰ ਸਕਦੇ। ਨੈਕਸਟ ਤੁਹਾਡੇ ਕੋਲੇ ਮਟੀਰੀਅਲ ਨਾउन, ਮਤਲਬ ਕਿਸੇ ਮਟੀਰੀਅਲ ਦਾ ਨੇਮ ਹੈ। ਫॉर एग्जांपल ਜਿਵੇਂ ਆਪਾਂ ਮਟੀਰੀਅਲ ਯੂਜ਼ ਕਰ ਰਹੇ ਵੁੱਡ, ਵੁੱਡ ਲੱਕੜ ਵਾਸਤੇ ਯੂਜ਼ ਕੀਤਾ ਜਾਣ ਵਾਲਾ ਵਰਡ ਹੈ ਵੁੱਡ। ਵੁੱਡ ਕੀ ਇੱਕ ਮਟੀਰੀਅਲ ਦਾ ਨੇਮ ਹੈ। ਪਲਾਸਟਿਕ, ਪਲਾਸਟਿਕ ਅਗੇਨ ਇੱਕ ਮਟੀਰੀਅਲ ਨੇਮ ਹੈ। ਨੈਕਸਟ ਤੁਸੀਂ ਵਰਡ ਯੂਜ਼ ਕਰੋ ਜਿਵੇਂ ਗੋਲਡ, ਗੋਲਡ ਕੀ ਇੱਕ ਮਟੀਰੀਅਲ ਨੇਮ ਹੈ। ਰਾਈਸ ਅਗੇਨ ਇੱਕ ਮਟੀਰੀਅਲ ਨੇਮ ਹੈ। ਸੋ ਇਹਨਾਂ ਦੇ ਨਾਲ ਤੁਹਾਡੇ ਕੋਲੇ ਆਰਟੀਕਲ ਯੂਜ਼ ਨਹੀਂ ਹੋਏਗਾ, ਵਿਦਆਊਟ ਆਰਟੀਕਲ ਹੈ ਜਿਹੜਾ ਤੁਸੀਂ ਇਹਨਾਂ ਨੂੰ ਯੂਜ਼ ਕਰਨਾ। ਨੈਕਸਟ ਹੈ ਜੀ ਕੁਝ ਅਨਕਾਊਂਟੇਬਲ ਨਾउन ਹੁੰਦੇ ਆ, ਜਿਵੇਂ ਅਨਕਾਊਂਟੇਬਲ ਨਾउन ਦੇ ਵਿੱਚ ਵੀ ਤੁਹਾਡੇ ਕੋਲੇ ਆਰਟੀਕਲ ਦਾ ਯੂਜ਼ ਨਹੀਂ ਹੁੰਦਾ। ਹੁਣ ਅਨਕਾਊਂਟੇਬਲ ਇਹ ਜਿਨ੍ਹਾਂ ਨੂੰ ਤੁਸੀਂ ਕਾਊਂਟ ਹੈ ਜਿਹੜਾ ਉਹ ਨਹੀਂ ਕਰ ਸਕਦੇ। ਫॉर एग्जांपल ਜਿਵੇਂ ਵਾਟਰ, ਵਾਟਰ ਨੂੰ ਕਾਊਂਟ ਤਾਂ ਨਹੀਂ ਕੀਤਾ ਜਾਂਦਾ, ਇੱਕ ਕੁਆਂਟੀਟੀ ਦੇ ਵਿੱਚ ਮੈਜ਼ਰ ਕੀਤਾ ਜਾਣ ਵਾਲਾ ਹੈ ਵੀ ਐਨੀ ਲੀਟਰ ਹੋਏਗਾ, ਤਾਂ ਤੁਹਾਡੇ ਕੋਲ ਇਹ ਕਾਊਂਟੇਬਲ ਨਹੀਂ ਹੈ। ਸੋ ਵਾਟਰ ਅਨਕਾਊਂਟੇਬਲ ਦੇ ਵਿੱਚ ਆ ਜਾਏਗਾ। ਓਇਲ ਵਰਡ ਜਿਵੇਂ ਤੁਸੀਂ ਕਹਿ ਸਕਦੇ ਹੋ, ਮਿਲਕ ਤੁਸੀਂ ਕਹਿ ਸਕਦੇ ਹੋ। ਸਿਮਿਲਰਲੀ ਤੁਹਾਡੇ ਕੋਲ ਵਰਡ ਹੁੰਦਾ ਵਰਕ, ਵਰਕ ਆਪਾਂ ਕੀ ਕੀਤਾ ਸੀਗਾ ਅਨਕਾਊਂਟੇਬਲ ਨਾउन ਦੇ ਵਿੱਚ ਡਿਸਕਸ ਕੀਤਾ। ਨਾउन ਦੇ ਵਿੱਚ ਆਪਣੇ ਕੋਲ ਡਿਸਕਸ ਕੀਤੇ ਹੋਏ ਵਰਡ ਨੇ ਇਹ ਸਾਰੇ ਜਿਹੜੇ ਆਪਾਂ ਅਨਕਾਊਂਟੇਬਲ ਨਾउन ਦੇ ਵਿੱਚ ਲਿਖ ਰਹੇ ਹਾਂ, ਜਾਂ ਮਟੀਰੀਅਲ ਤੇ ਐਬਸਟਰੈਕਟ ਨਾउन ਦੇ ਵਿੱਚ ਆਪਾਂ ਲਿਖੇ। ਅੱਗੇ ਤੁਹਾਡੇ ਕੋਲ ਵਰਬ ਵਰਡ ਹੋ ਗਿਆ, ਜਿਵੇਂ ਨਿਊਜ਼ ਵਰਡ ਆਪਾਂ ਦੇਖਿਆ, ਨਿਊਜ਼ ਵੀ ਕੀ ਹੁੰਦਾ ਇੱਕ ਅਨਕਾਊਂਟੇਬਲ ਨਾउन ਹੈ। ਅਗੇਨ ਸਿਮਿਲਰਲੀ ਤੁਹਾਡੇ ਕੋਲ ਇਨਫੋਰਮੇਸ਼ਨ, ਐਡਵਾਈਸ, ਇਹ ਸਾਰੇ ਕੀ ਨੇ ਅਨਕਾਊਂਟੇਬਲ ਨਾउन्स ਨੇ, ਇਹਨਾਂ ਦੇ ਨਾਲ ਕੋਈ ਵੀ ਆਰਟੀਕਲ ਯੂਜ਼ ਨਹੀਂ ਹੁੰਦਾ। ਹੁਣ ਇਹੀ ਚੀਜ਼ ਆਪਾਂ ਜਿਹੜੀ ਹੈਗੀ ਆ ਨਾउन ਦੇ ਵਿੱਚ ਡਿਸਕਸ ਕੀਤੀ ਹੋਈ ਹੈ, ਇਹਨਾਂ ਦੇ ਨਾਲ ਆਰਟੀਕਲ ਏ ਐਂਡ ਦਾ ਯੂਜ਼ ਨਹੀਂ ਹੁੰਦਾ, ਬਿਕਾਜ਼ ਆਫ ਅਨਕਾਊਂਟੇਬਲ ਨਾउन्स ਹੁੰਦੇ ਆ। ਤਾਂ ਕਈ ਵਾਰ ਕੇਸਸ ਹੁੰਦਾ ਹਾਂ ਦਾ ਯੂਜ਼ ਹੈ ਜਿਹੜਾ ਤੁਸੀਂ ਕਰ ਸਕਦੇ ਹੋ, ਬਟ ਰੇਅਰ ਚਾਂਸਸ ਨੇ ਕਿੱਥੇ ਹੋਏਗਾ, ਉਹ ਵੀ ਤੁਹਾਡੇ ਕੋਲ ਐਕਸੈਪਸ਼ਨਲ ਕੇਸਿਸ ਆਉਣਗੇ, ਉਹਨਾਂ ਨੂੰ ਤੁਹਾਨੂੰ ਕੁਐਸਚਨ ਦੇ ਥਰੂ ਹੈ ਜਿਹੜਾ ਆਪਾਂ ਸਮਝਾਵਾਂਗੇ। ਦੇਖੋ ਜੀ ਲਾਸਟ ਤੁਹਾਡੇ ਕੋਲ ਜਿਵੇਂ ਲਿਖਿਆ ਹੋਇਆ ਬਿਫੋਰ ਰੈਗੂਲਰ ਮੀਲਸ, ਮੀਲ ਦਾ ਮਤਲਬ ਕੀ ਹੋ ਗਿਆ ਜਿਵੇਂ ਖਾਣ ਦਾ ਆਪਣਾ ਇੱਕ ਲੰਚ ਵਗੈਰਾ ਹੁੰਦਾ, ਡਿਨਰ ਹੁੰਦਾ ਹੈ, ਬ੍ਰੇਕਫਾਸਟ ਹੁੰਦਾ, ਤੇ ਉਹਨਾਂ ਤੋਂ ਪਹਿਲਾਂ ਕੋਈ ਆਰਟੀਕਲ ਯੂਜ਼ ਨਹੀਂ ਹੁੰਦਾ। ਮੀਲ ਹੋ ਗਿਆ ਤੁਹਾਡਾ ਜਿਵੇਂ ਲੰਚ, ਡਿਨਰ, ਬ੍ਰੇਕਫਾਸਟ, ਤਾਂ ਇਹ ਕੀ ਨੇ ਤੁਹਾਡੇ ਰੈਗੂਲਰ ਮੀਲਸ ਨੇ, ਤਾਂ ਇਹਨਾਂ ਤੋਂ ਪਹਿਲਾਂ ਤੁਸੀਂ ਆਰਟੀਕਲ ਦਾ ਯੂਜ਼ ਜਿਹੜਾ ਉਹ ਨਹੀਂ ਕਰੋਗੇ। ਨੈਕਸਟ ਤੁਹਾਡੇ ਕੋਲ ਟਾਈਪਸ ਨੇ ਜੀ ਬਿਫੋਰ ਨੇਮ ਆਫ ਮੰਥਸ, ਤਾਂ ਮੰਥਸ ਦੇ ਨੇਮ ਤੋਂ ਪਹਿਲਾਂ ਵੀ ਆਰਟੀਕਲ ਦਾ ਯੂਜ਼ ਨਹੀਂ ਹੋਏਗਾ। ਫॉर एग्जांपल ਜਿਵੇਂ ਆਪਾਂ ਮੇ ਕੋਲ ਆਪਣੇ ਕੋਲ ਮੇ ਚੱਲ ਰਿਹਾ ਤਾਂ ਆਪਾਂ ਮੇ ਯੂਜ਼ ਕੀਤਾ। ਮਈ ਜਿਵੇਂ ਮਈ ਹੋ ਗਿਆ, ਜਨਵਰੀ, ਫਰਵਰੀ, ਮਾਰਚ, ਮਾਰਚ, ਅਪ੍ਰੈਲ, ਮਈ, ਜੂਨ, ਜੁਲਾਈ, ਅਗਸਤ, ਤੁਹਾਡੇ ਜਿੰਨੇ 12 ਦੇ 12 ਮੰਥਸ ਦੇ ਨੇਮ ਨੇ, ਤਾਂ ਉਹਨਾਂ ਤੋਂ ਪਹਿਲਾਂ ਆਰਟੀਕਲ ਦਾ ਯੂਜ਼ ਹੈ ਜਿਹੜਾ ਉਹ ਨਹੀਂ ਹੋਏਗਾ, ਆਰਟੀਕਲ ਯੂਜ਼ ਨਹੀਂ ਕਰੋਗੇ। ਜਿਵੇਂ ਆਪਾਂ ਲਿਖੀਏ ਇੱਕ ਦੋ ਹੋਰ ਜਿੰਨੇ ਵੀ ਵਰਡ ਤੁਹਾਡੇ ਕੋਲ ਨੇ ਸਾਰੇ ਦੇ ਸਾਰੇ ਕੀ ਨੇ ਤੁਹਾਡੇ ਕੋਲ ਮੰਥਸ ਦੇ ਨੇਮ ਨੇ। ਅਗੇਨ ਆਰਟੀਕਲ ਦਾ ਯੂਜ਼ ਹੈ ਜਿਹੜਾ ਇਹਦੇ ਨਾਲ ਨਹੀਂ ਹੁੰਦਾ। ਬਿਫੋਰ ਲੈਂਗੁਏਜ, ਤਾਂ ਕਿਸੇ ਵੀ ਲੈਂਗੁਏਜ ਤੋਂ ਪਹਿਲਾਂ ਤੁਸੀਂ ਆਰਟੀਕਲ ਦਾ ਯੂਜ਼ ਨਹੀਂ ਕਰੋਗੇ। ਜਿਵੇਂ ਆਪਾਂ ਕਹਿ ਰਹੇ ਹਾਂ ਇੰਗਲਿਸ਼, ਇੰਗਲਿਸ਼, ਇੰਗਲਿਸ਼ ਕੀ ਇੱਕ ਲੈਂਗੁਏਜ ਹੈ। ਦਾ ਇੰਗਲਿਸ਼ ਤੁਹਾਡੇ ਕੋਲੇ ਆਰਟੀਕਲ ਯੂਜ਼ ਕਰਕੇ ਤੇ ਦਾ ਇੰਗਲਿਸ਼ ਤੁਸੀਂ ਬਣਾਓ ਤਾਂ ਉੱਥੇ ਕੋਈ ਇੰਗਲਿਸ਼ ਲੈਂਗੁਏਜ ਨਹੀਂ ਰਹਿ ਜਾਂਦੀ, ਦਾ ਇੰਗਲਿਸ਼ ਵੀ ਬਣ ਜਾਂਦੀ ਹੈ। ਦਾ ਇੰਗਲਿਸ਼ ਤੁਹਾਡੇ ਕੋਲੇ ਕਿਸੇ ਪਰਸਨ ਦੇ ਵਾਸਤੇ ਯੂਜ਼ ਕੀਤਾ ਜਾਣ ਵਾਲਾ ਜਿਹੜਾ ਇੰਗਲਿਸ਼ ਓਰੀਜਨ ਦਾ ਹੈ, ਮਤਲਬ ਜਿਵੇਂ ਆਪਾਂ ਇੰਗਲੈਂਡ ਵਗੈਰਾ ਦੇ ਪਰਸਨ ਵਾਸਤੇ ਦਾ ਇੰਗਲਿਸ਼ ਵਰਡ ਯੂਜ਼ ਕਰ ਲੈਂਦੇ ਹਾਂ, ਤਾਂ ਇੰਗਲਿਸ਼ ਵਰਡ ਹੋ ਗਿਆ ਤੁਹਾਡੇ ਕੋਲੇ ਕੀ ਹੈ ਇੱਕ ਲੈਂਗੁਏਜ ਹੈ। ਫ੍ਰੈਂਚ ਹੈ ਅਗੇਨ ਇੱਕ ਲੈਂਗੁਏਜ ਹੈ। ਅਮਰੀਕਨ ਹੈ ਅਗੇਨ ਇੱਕ ਲੈਂਗੁਏਜ ਹੈ। ਸੋ ਲੈਂਗੁਏਜਸ ਤੋਂ ਪਹਿਲਾਂ ਤੁਸੀਂ ਆਰਟੀਕਲ ਹੈ ਜਿਹੜਾ ਯੂਜ਼ ਨਹੀਂ ਕਰੋਗੇ। ਬਿਫੋਰ ਸਬਜੈਕਟ, ਸਬਜੈਕਟ ਤੋਂ ਪਹਿਲਾਂ ਵੀ ਕੋਈ ਆਰਟੀਕਲ ਯੂਜ਼ ਨਹੀਂ ਹੁੰਦਾ। ਜਿਵੇਂ ਮੈਂ ਹਿਸਟਰੀ ਵਰਡ ਕਹਾਂ, ਹਿਸਟਰੀ ਜਿਹੜਾ ਤੁਹਾਡੇ ਕੋਲ ਇੱਕ ਸਬਜੈਕਟ ਹੈ, ਇਹ ਤੋਂ ਪਹਿਲਾਂ ਆਰਟੀਕਲ ਯੂਜ਼ ਨਹੀਂ ਹੋਏਗਾ। ਅਕੋਸਟਿਕ, ਅਕੋਸਟਿਕਸ ਤੁਸੀਂ ਸੁਣਿਆ ਹੋਣਾ, ਅਕਾਉਸਟਿਕਸ ਆਪਾਂ ਕੀਤਾ ਹੈਗਾ ਜਦੋਂ ਆਪਾਂ vocab portion ਕਰ ਰਹੇ ਹੁੰਦੇ ਨਾ। ਅਕਾਉਸਟਿਕ ਦੇ ਵਿੱਚ ਤੁਹਾਡੇ ਕੋਲ ਕੀ ਹੁੰਦਾ, ਅਕਾਉਸਟਿਕ ਸਟੱਡੀ ਆਫ ਸਾਊਂਡ, ਸਾਊਂਡ ਦੀ ਸਟੱਡੀ ਨੂੰ ਤੁਸੀਂ ਯੂਜ਼ ਕਰਦੇ ਹੋ ਅਕਾਉਸਟਿਕ ਦੇ ਵਿੱਚ। ਸੋ ਇਹ ਵੀ ਇੱਕ ਕੀ ਹੈ ਸਬਜੈਕਟ ਹੈ। ਅਗੇਨ ਆਰਟੀਕਲ ਦਾ ਯੂਜ਼ ਜਿਹੜਾ ਇਹਦੇ ਨਾਲ ਨਹੀਂ ਹੋਏਗਾ। ਸੋ ਜਿੰਨੇ ਵੀ ਸਬਜੈਕਟ ਨੇ ਉਹਨਾਂ ਨਾਲ ਕੋਈ ਆਰਟੀਕਲ ਯੂਜ਼ ਨਹੀਂ ਕੀਤਾ ਜਾਂਦਾ। ਨੈਕਸਟ ਹੈ ਜੀ ਤੁਹਾਡੇ ਕੋਲ ਬਿਫੋਰ ਡਿਸੀਜ਼, ਤਾਂ ਡਿਸੀਜ਼ ਤੁਹਾਡੇ ਕੋਲ ਕੋਈ ਵੀ ਬਿਮਾਰੀ ਦਾ ਨੇਮ ਹੈ ਤਾਂ ਉਦੋਂ ਪਹਿਲਾਂ ਆਰਟੀਕਲ ਯੂਜ਼ ਨਹੀਂ ਹੋਏਗਾ। ਜਿਵੇਂ ਆਪਾਂ ਫੀਵਰ ਕਹਿ ਦਿੰਦੇ ਹਾਂ ਤਾਂ ਫੀਵਰ ਨਹੀਂ ਹੁੰਦਾ, ਫੀਵਰ ਹੀ ਹੋਏਗਾ। ਸਿਮਿਲਰਲੀ ਤੁਹਾਡੇ ਕੋਲ ਜਿਵੇਂ ਮਪਸ, ਰਿਕੇਟਸ,
ਇਹ ਕੀ ਨੇ ਤੁਹਾਡੇ ਕੋਲੇ ਬਿਮਾਰੀਆਂ ਦੇ ਨਾਮ ਨੇ ਮੀਜ਼ਲਸ, ਇਹ ਕੀ ਹੈ ਤੁਹਾਡੇ ਕੋਲ ਕੋਈ ਡਿਸੀਜ਼ਸ ਦੇ ਨੇਮ ਨੇ ਤੇ ਇਹਨਾਂ ਤੋਂ ਪਹਿਲਾਂ ਕੋਈ ਆਰਟੀਕਲ ਯੂਜ਼ ਨਹੀਂ ਹੋਏਗਾ ਬਿਕਾਜ਼ ਆਰਟੀਕਲ ਦਾ ਯੂਜ਼ ਡਿਸੀਜ਼ਸ ਤੋਂ ਪਹਿਲਾਂ ਜਿਹੜਾ ਤੁਸੀਂ ਨਹੀਂ ਕਰ ਸਕਦੇ। ਆਈ ਹੋਪ ਇਹਨੇ ਜਿੰਨੀਆਂ ਵੀ ਟਾਈਪਸ ਆਪਾਂ ਕੀਤੀਆਂ ਚਾਰ ਹੋ ਗਈਆਂ ਆਪਣੀਆਂ ਪਹਿਲੀ ਸਲਾਈਡ ਦੇ ਵਿੱਚ, ਸੈਕਿੰਡ ਸਲਾਈਡ ਦੇ ਵਿੱਚ ਆਪਾਂ ਅਗੇਨ ਚਾਰ ਟਾਈਪ ਕੀਤੇ ਆ। ਨੈਕਸਟ ਤੁਹਾਡੇ ਕੋਲ ਸਲਾਈਡ ਹੈ ਜਿਹਦੇ ਵਿੱਚ ਤੁਸੀਂ ਦੇਖ ਰਹੇ ਹੋ ਬਿਫੋਰ ਨੇਮ ਆਫ ਸੀਜ਼ਨਸ ਵੀ ਜਿਹੜਾ ਤੁਹਾਡੇ ਕੋਲ ਆਰਟੀਕਲ ਯੂਜ਼ ਨਹੀਂ ਹੋਏਗਾ। ਬਿਫੋਰ ਨੇਮ ਆਫ ਡੇਜ਼ ਤੁਸੀਂ ਆਰਟੀਕਲ ਯੂਜ਼ ਨਹੀਂ ਕਰੋਗੇ। ਨੇਮ ਆਫ ਸਪੋਰਟਸ ਤੋਂ ਪਹਿਲਾਂ ਆਰਟੀਕਲ ਦਾ ਯੂਜ਼ ਨਹੀਂ ਹੁੰਦਾ ਤੇ ਕਲਰਸ ਦੇ ਨੇਮ ਤੋਂ ਪਹਿਲਾਂ ਵੀ ਤੁਸੀਂ ਆਰਟੀਕਲ ਦਾ ਯੂਜ਼ ਨਹੀਂ ਕਰੋਗੇ। ਹੁਣ ਸੀਜ਼ਨਸ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਤੁਹਾਨੂੰ ਪਤਾ ਹੀ ਹੈ ਸੀਜ਼ਨ ਕਿਹੜੇ ਹੁੰਦੇ ਜਿਵੇਂ ਆਪਣਾ ਸਮਰ ਹੋ ਗਿਆ, ਵਿੰਟਰ ਹੋ ਗਿਆ, ਸਪਰਿੰਗ ਹੋ ਗਿਆ, ਆਟਮ ਹੋ ਗਿਆ। ਤਾਂ ਸਮਰ, ਵਿੰਟਰ ਤਾਂ ਇਹਨਾਂ ਤੋਂ ਪਹਿਲਾਂ ਤੁਸੀਂ ਆਰਟੀਕਲ ਯੂਜ਼ ਹੈ ਜਿਹੜਾ ਉਹ ਨਹੀਂ ਕਰੋਗੇ। ਬਿਫੋਰ ਨੇਮ ਆਫ ਡੇਜ਼ ਜਿਵੇਂ ਆਪਣੇ ਡੇਜ਼ ਦੇ ਨੇਮ ਮੰਡੇ, ਟਿਊਜ਼ਡੇ, ਵੈਡਨਸਡੇ ਇਹਨਾਂ ਨਾਲ ਵੀ ਆਰਟੀਕਲ ਦਾ ਯੂਜ਼ ਨਹੀਂ ਹੁੰਦਾ। ਬਿਫੋਰ ਨੇਮ ਆਫ ਸਪੋਰਟਸ, ਸਪੋਰਟਸ ਦਾ ਨੇਮ ਹੈ ਜਿਵੇਂ ਕ੍ਰਿਕਟ, ਕ੍ਰਿਕਟ ਹੈ, ਫੁੱਟਬਾਲ ਇਹ ਵੀ ਕੀ ਹੈ ਤੁਹਾਡੇ ਕੋਲ ਸਪੋਰਟਸ ਦੇ ਨੇਮ ਆ ਗਏ ਆਰਟੀਕਲ ਦਾ ਯੂਜ਼ ਨਹੀਂ ਹੋਏਗਾ। ਬਿਫੋਰ ਨੇਮ ਆਫ ਕਲਰਸ, ਕਲਰਸ ਦਾ ਨੇਮ ਜਿਵੇਂ ਬਲੂ, ਰੈਡ, ਵਾਈਟ, ਬਲੈਕ ਜਿੰਨੇ ਵੀ ਤੁਹਾਨੂੰ ਯਾਦ ਨੇ ਤਾਂ ਉਹਨਾਂ ਨਾਲ ਤੁਹਾਡੇ ਕੋਲ ਆਰਟੀਕਲ ਹੈ ਜਿਹੜਾ ਯੂਜ਼ ਨਹੀਂ ਹੋਏਗਾ। ਨੇਮ ਆਫ ਕਲਰ ਤੋਂ ਪਹਿਲਾਂ ਤੁਸੀਂ ਆਰਟੀਕਲ ਦਾ ਯੂਜ਼ ਜਿਹੜਾ ਉਹ ਨਹੀਂ ਕਰੋਗੇ। ਆਈ ਹੋਪ ਤੁਹਾਨੂੰ ਪਤਾ ਲੱਗ ਗਿਆ ਕਿ ਜ਼ੀਰੋ ਆਰਟੀਕਲ ਯੂਜ਼ ਕੀਤਾ ਜਾਂਦਾ ਹੈ ਮਤਲਬ ਕੋਈ ਆਰਟੀਕਲ ਯੂਜ਼ ਨਹੀਂ ਕੀਤਾ ਜਾਂਦਾ। 12 ਜਿਹੜੀਆਂ ਟਾਈਪਸ ਆਪਾਂ ਦੇਖੀਆਂ ਨੇ, 12 ਕੈਟਾਗਰੀ ਦੇਖਿਆ ਨੇ, 12 ਟਾਈਮ ਦੀਆਂ ਚੀਜ਼ਾਂ ਜਿਹੜੀਆਂ ਆਪਾਂ ਦੇਖੀਆਂ ਨੇ ਜਿਨ੍ਹਾਂ ਦੇ ਵਿੱਚ ਤੁਹਾਡੇ ਕੋਲੇ ਕੋਈ ਆਰਟੀਕਲ ਯੂਜ਼ ਨਹੀਂ ਹੁੰਦਾ। ਇੱਕ ਵਾਰ ਕੋਈ ਰਿਵੀਜ਼ਨ ਲਓ ਇਹਨਾਂ ਦੀ ਫਿਰ ਆਪਾਂ ਕਰ ਰਹੇ ਹਾਂ ਇਹਨਾਂ ਨਾਲ ਰਿਲੇਟਡ ਕੁਐਸਚਨ ਨੂੰ ਲਿਖਤਸ ਕਿ ਕਿਸ ਤਰੀਕੇ ਨਾਲ ਤੁਹਾਡੇ ਕੋਲੇ ਇਹਨਾਂ ਦਾ ਯੂਜ਼ ਹੈ ਜਿਹੜਾ ਸੈਂਟੈਂਸਸ ਦੇ ਵਿੱਚ ਕੀਤਾ ਜਾਂਦਾ ਹੈ ਤੇ ਕਿਵੇਂ ਤੁਸੀਂ ਇਹਨਾਂ ਦੇ ਵਿੱਚ ਆਰਟੀਕਲ ਨੂੰ ਫਾਈਂਡ ਆਊਟ ਕਰਨਾ ਕਿ ਯੂਜ਼ ਹੋਏਗਾ ਜਾਂ ਫਿਰ ਨਹੀਂ ਹੋਏਗਾ। ਹਾਂਜੀ ਤਾਂ ਜ਼ੀਰੋ ਆਰਟੀਕਲ ਦਾ ਯੂਜ਼ ਹੋਏਗਾ ਜੇ ਤੁਹਾਡੇ ਕੋਲੇ ਕੋਈ ਅਬਸਟ੍ਰੈਕਟ ਨਾਉਨ ਦਿੱਤਾ ਹੋਇਆ, ਮਟੀਰੀਅਲ ਨਾਉਨ ਹੁੰਦਾ ਹੈ ਅਗੇਨ ਜ਼ੀਰੋ ਆਰਟੀਕਲ। ਅਨਕਾਊਂਟੇਬਲ ਨਾਉਨ ਦੇ ਨਾਲ ਵੀ ਜ਼ੀਰੋ ਆਰਟੀਕਲ ਦਾ ਯੂਜ਼ ਹੁੰਦਾ ਹੈ। ਬਿਫੋਰ ਰੈਗੂਲਰ ਮੀਨਸ ਤੁਸੀਂ ਜ਼ੀਰੋ ਆਰਟੀਕਲ ਯੂਜ਼ ਕਰੋਗੇ। ਬਿਫੋਰ ਨੇਮ ਆਫ ਮੰਥ ਅਗੇਨ ਆਰਟੀਕਲ ਜ਼ੀਰੋ ਹੋਏਗਾ। ਤੁਹਾਡੇ ਕੋਲ ਬਿਫੋਰ ਲੈਂਗੁਏजेस ਤੁਸੀਂ ਜ਼ੀਰੋ ਆਰਟੀਕਲ ਯੂਜ਼ ਕਰਨਾ ਹੈ। ਬਿਫੋਰ ਸਬਜੈਕਟਸ ਆਰਟੀਕਲ ਜ਼ੀਰੋ ਹੋਏਗਾ। ਬਿਫੋਰ ਡਿਸੀਜ਼ਨ ਵੀ ਜ਼ੀਰੋ ਆਰਟੀਕਲ ਯੂਜ਼ ਕੀਤਾ ਜਾਂਦਾ ਹੈ। ਬਿਫੋਰ ਨੇਮ ਆਫ ਸੀਜ਼ਨਸ ਤੁਸੀਂ ਜ਼ੀਰੋ ਆਰਟੀਕਲ ਯੂਜ਼ ਕਰਨਾ ਹੈ। ਬਿਫੋਰ ਨੇਮ ਆਫ ਡੇਜ਼, ਡੇਜ਼ ਤੋਂ ਪਹਿਲਾਂ ਵੀ ਤਾਂ ਸਿੱਖੋ ਤੁਹਾਡੇ ਕੋਲ ਕੀ ਹੋਏਗਾ ਜ਼ੀਰੋ ਆਰਟੀਕਲ ਹੋਏਗਾ। ਬਿਫੋਰ ਨੇਮ ਆਫ ਸਪੋਰਟਸ ਤਾਂ ਤੁਸੀਂ ਕੀ ਯੂਜ਼ ਕਰੋਗੇ ਜ਼ੀਰੋ ਆਰਟੀਕਲ ਯੂਜ਼ ਕਰੋਗੇ। ਐਂਡ ਬਿਫੋਰ ਨੇਮ ਆਫ ਕਲਰਸ ਤੁਸੀਂ ਕੀ ਕਰਨਾ ਜ਼ੀਰੋ ਆਰਟੀਕਲ ਜਿਹੜਾ ਉਹ ਯੂਜ਼ ਕਰਨਾ ਹੈ। ਆਈ ਹੋਪ ਤੁਹਾਨੂੰ ਪਤਾ ਲੱਗਾ ਕਿ ਕਿੰਨਾ ਕਿੰਨਾ ਵਰਡ ਦੇ ਨਾਲ ਤੁਸੀਂ ਕੀ ਕਰਨਾ ਹੈ ਜ਼ੀਰੋ ਆਰਟੀਕਲ ਦਾ ਯੂਜ਼ ਕਰਨਾ। ਹੁਣ ਇਹ ਸਾਰੇ ਦੇ ਸਾਰੇ ਤੁਹਾਡੇ ਨਾਉਨ ਹੋਣਗੇ ਬਿਕਾਜ਼ ਜਿਹੜਾ ਨਾਉਨ ਹੋਊਗਾ ਨਾਉਨ ਤੋਂ ਪਹਿਲਾਂ ਹੀ ਤੁਹਾਡੇ ਕੋਲ ਜਿਹੜਾ ਆਰਟੀਕਲ ਯੂਜ਼ ਕੀਤਾ ਜਾਊਗਾ। ਨਾਉਨ ਵਾਸਤੇ ਹੀ ਆਰਟੀਕਲ ਯੂਜ਼ ਕੀਤੇ ਜਾਂਦੇ ਆ ਜਿੰਨੇ ਵੀ ਵਰਡ ਆਪਾਂ ਨੋਟ ਕੀਤੇ ਸਾਰੇ ਨਾਉਨ ਕੈਟਾਗਰੀ ਦੇ ਆ। ਦੇਖੋ ਜੀ ਤਾਂ ਹੁਣ ਜਿਹੜੇ ਆਪਣੇ ਕੋਲ ਕੁਐਸਚਨ ਨੇ 1 ਬਾय 1 ਤੁਹਾਡੇ ਕੁਐਸਚਨ ਚੱਲਣਗੇ। ਸਭ ਤੋਂ ਪਹਿਲਾਂ ਦੇਖੋ ਫਰਸਟ ਕੁਐਸਚਨ ਇੱਕ ਵਾਰ ਤੁਸੀਂ ਚੈੱਕ ਕਰੋਗੇ then ਹੈ ਜਿਹੜਾ ਤੁਹਾਨੂੰ ਆਨਸਰ ਦੱਸਿਆ ਜਾਏਗਾ ਬਿਕਾਜ਼ ਆਪਾਂ ਕਨਸੈਪਟ ਕਰ ਲਿਆ। ਸਭ ਤੋਂ ਪਹਿਲਾਂ ਤੁਸੀਂ ਕੁਐਸਚਨ ਸੋਲਵ ਕਰਨ ਦੀ ਕੋਸ਼ਿਸ਼ ਕਰਨੀ। ਫਰਸਟ ਕੁਐਸਚਨ ਤੁਹਾਨੂੰ ਸਕਰੀਨ ਦੇ ਉੱਤੇ ਸ਼ੋ ਹੋ ਰਿਹਾ ਹੈ ਤੁਸੀਂ ਚੈੱਕ ਕੀ ਕਰਨਾ ਹੈ ਸਪੌਟ ਕਰਨੀ ਐਰਰ ਕਿਹੜੇ ਪਾਰਟ ਦੇ ਵਿੱਚ ਹੈ then ਤੁਸੀਂ ਐਰਰ ਨੂੰ ਕੀ ਕਰਨਾ ਹੈ ਕਰੈਕਟ ਕਰਨਾ ਹੈ। ਐਰਰ ਡਿਟੈਕਸ਼ਨ ਪਲਸ ਐਰਰ ਕਰੈਕਸ਼ਨ ਤੁਸੀਂ ਦੋਨੋਂ ਜਿਹੜੇ ਕੰਮ ਹੈ ਉਹ ਇੱਥੇ ਕਰਨੇ। ਦੇਖੋ ਜੀ ਕਿਹੜੇ ਪਾਰਟ ਦੇ ਵਿੱਚ ਐਰਰ। ਹਾਂਜੀ ਤਾਂ ਸੈਂਟੈਂਸ ਕੀ ਹੈ ਵੀ ਹੈਵ ਦ ਬ੍ਰੇਕਫਾਸਟ ਟੁਗੇਦਰ। ਵੀ ਹੈਵ ਦ ਬ੍ਰੇਕਫਾਸਟ ਟੁਗੇਦਰ। ਦੇਖੋ ਬ੍ਰੇਕਫਾਸਟ ਕੀ ਹੈ ਬ੍ਰੇਕਫਾਸਟ ਕੀ ਹੈ ਤੁਹਾਡਾ ਇੱਕ ਰੈਗੂਲਰ ਮੀਲ ਹੈ। ਰੈਗੂਲਰ ਮੀਲ ਦੀ ਗੱਲ ਕੀਤੀ ਜਾ ਰਹੀ ਹੈ। ਰੈਗੂਲਰ ਮੀਲ ਹੈ ਤੇ ਤੁਸੀਂ ਤੁਹਾਨੂੰ ਕਰਵਾਇਆ ਹੈਗਾ ਕਿ ਰੈਗੂਲਰ ਮੀਲ ਦੇ ਨੇਮ ਤੋਂ ਪਹਿਲਾਂ ਤੁਸੀਂ ਆਰਟੀਕਲ ਦਾ ਯੂਜ਼ ਨਹੀਂ ਕਰੋਗੇ। ਹੁਣ ਇੱਥੇ ਦਾ ਵਰਡ ਯੂਜ਼ ਕੀਤਾ ਹੈ ਦਾ ਕੀ ਹੈ ਆਰਟੀਕਲ ਹੀ ਹੈ ਨਾ ਤੇ ਦਾ ਯੂਜ਼ ਤਾਂ ਨਹੀਂ ਹੋਣਾ ਚਾਹੀਦਾ ਬਿਕਾਜ਼ ਇਟ ਇਜ਼ ਅ ਰੈਗੂਲਰ ਮੀਲ। ਬ੍ਰੇਕਫਾਸਟ ਇੱਕ ਰੈਗੂਲਰ ਮੀਲ ਹੈ ਤੇ ਇਹਦੇ ਵਾਸਤੇ ਤੁਸੀਂ ਆਰਟੀਕਲ ਯੂਜ਼ ਨਹੀਂ ਕਰੋਗੇ। ਸੋ ਬੀ ਪਾਰਟ ਵਿੱਚ ਤੁਹਾਡੀ ਐਰਰ ਸੀ ਤੇ ਤੁਸੀਂ ਕੀ ਐਕਸ਼ਨ ਉਹ ਮਾਰਕ ਹੈ ਉਹ ਕਰਨਾ ਬਿਕਾਜ਼ ਰੈਗੂਲਰ ਮੀਲ ਤੋਂ ਪਹਿਲਾਂ ਤੁਸੀਂ ਨਹੀਂ ਕਰੋਗੇ। ਕੰਸੈਪਟ ਦਿਖਾਇਆ ਜਾਵੇ ਤਾਂ ਤੁਸੀਂ ਡਿਸਕਸ ਕੀਤਾ ਹੈ। ਇੱਕ ਮਿੰਟ ਹਾਂਜੀ ਤਾਂ ਤੁਹਾਡੇ ਕੋਲ ਕਿਹੜਾ ਅਸੀਂ ਦੇਖੋ ਲਾਸਟ ਵਾਲੀ ਫਰੇਜ਼ ਜਿਹੜੀ ਤੁਸੀਂ ਦੇਖੀ ਹੈ ਫੋਰ ਰੈਗੂਲਰ ਮੀਲਸ। ਫੋਰ ਰੈਗੂਲਰ ਮੀਲਸ ਦੇ ਵਿੱਚ ਤੁਹਾਡੇ ਕੋਲ ਆਰਟੀਕਲ ਦਾ ਯੂਜ਼ ਹੈ ਜਿਹੜਾ ਨਹੀਂ ਹੁੰਦਾ। ਨੈਕਸਟ ਕੁਐਸਚਨ ਹੈ ਜਿਹੜਾ ਤੁਹਾਡੇ ਕੋਲ ਤੁਸੀਂ ਸੋਲਵ ਕਰਨਾ ਹੈ। ਦੇਖੋ ਸੈਕਿੰਡ ਨੰਬਰ ਕੁਐਸਚਨ ਅਗੇਨ ਚੈੱਕ ਕਰੋਗੇ ਸਭ ਤੋਂ ਪਹਿਲਾਂ ਤੁਸੀਂ ਸੋਲਵ ਕਰੋਗੇ then ਤੁਹਾਨੂੰ ਆਨਸਰ ਹੈ ਜਿਹੜਾ ਦੱਸਿਆ ਜਾਏਗਾ। ਕੰਸੈਪਟ ਆਪਾਂ ਕਰ ਚੁੱਕੇ ਹਾਂ। ਹਾਂਜੀ ਤਾਂ ਆਈ ਹੋਪ ਆਨਸਰ ਆ ਗਿਆ ਹੋਵੇਗਾ ਤੇ ਕੀ ਆਨਸਰ ਹੈ ਇਹਦਾ ਆਨਸਰ ਹੈ ਬੀ ਕੁਐਸਚਨ ਦੇ ਵਿੱਚ ਤੁਹਾਡੀ ਐਰਰ ਹੈ। ਹੁਣ ਕੀ ਐਰਰ ਹੈ ਚੈੱਕ ਕਰੋ ਕੁਐਸਚਨ ਪੜ੍ਹਦੇ ਹਾਂ। ਹੀ often wears the red at formal occasions। he often wears the red at formal occasions। ਤਾਂ ਚੈੱਕ ਕਰੋ ਤੁਹਾਡੇ ਕੋਲੇ ਰੈੱਡ ਕੀ ਹੈ ਰੈੱਡ ਕੀ ਹੈ ਰੈੱਡ ਇੱਕ ਕਲਰ ਦਾ ਨੇਮ ਹੈ ਤੇ ਕਲਰ ਦੇ ਨੇਮ ਤੋਂ ਪਹਿਲਾਂ ਤੁਸੀਂ ਆਰਟੀਕਲ ਦਾ ਯੂਜ਼ ਨਹੀਂ ਕਰੋਗੇ। ਮੈਂ ਦਾ ਰੈੱਡ ਇੱਥੇ ਯੂਜ਼ ਕੀਤਾ ਹੋਇਆ ਦਾ ਯੂਜ਼ ਇੱਥੇ ਨਹੀਂ ਹੋਣਾ ਚਾਹੀਦਾ ਬਿਕਾਜ਼ ਕਲਰ ਦੇ ਨੇਮ ਤੋਂ ਪਹਿਲਾਂ ਆਰਟੀਕਲ ਦਾ ਯੂਜ਼ ਜਿਹੜਾ ਉਹ ਨਹੀਂ ਹੁੰਦਾ। ਹਾਂਜੀ ਕੁਛ ਆਪਣੇ ਕੋਲ ਰੇਅਰ ਚਾਂਸ ਹੈਗੇ ਆ ਵੀ ਯੂਜ਼ ਹੋ ਕਰਦੇ ਜਿੱਥੇ ਤੁਹਾਡੇ ਕੋਲੇ ਉਹਦਾ ਕੋਈ ਆਬਜੈਕਟ ਹੋਵੇ ਜਿਵੇਂ ਰੈੱਡ ਤੋਂ ਬਾਅਦ ਆਬਜੈਕਟ ਯੂਜ਼ ਕੀਤਾ ਹੋਇਆ ਹੁੰਦਾ ਜੇ ਰੈੱਡ ਕਲਰ ਯੂਜ਼ ਕੀਤਾ ਹੁੰਦਾ ਤਾਂ ਰੈੱਡ ਕਲਰ ਯੂਜ਼ ਕੀਤਾ ਹੁੰਦਾ ਫਿਰ ਤੁਸੀਂ ਸਹੀ ਕਰ ਸਕਦੇ ਸੀ ਦਾ ਯੂਜ਼ ਜਿਹੜਾ ਫਿਰ ਹੋ ਸਕਦਾ ਸੀ। ਬਟ ਤੁਹਾਡੇ ਕੋਲੇ ਇੱਥੇ ਯੂਜ਼ ਕੀਤਾ ਜਾ ਰਿਹਾ ਰੈੱਡ ਤੋਂ ਪਹਿਲਾਂ ਆਰਟੀਕਲ ਰੈੱਡ ਇੱਕ ਕਲਰ ਦਾ ਨੇਮ ਹੈ ਤੇ ਤੁਹਾਡੇ ਕੋਲ ਕੀ ਹੁੰਦਾ ਕਲਰ ਤੋਂ ਪਹਿਲਾਂ
ਆਰਟੀਕਲ ਯੂਜ਼ ਨਹੀਂ ਹੁੰਦਾ। ਦੇਖਣਾ ਚਾਹੋ ਤਾਂ ਕੰਸੈਪਟ ਆਪਾਂ ਕਰਕੇ ਹਟੇ ਹਾਂ। ਦੇਖੋ ਜੀ, ਲਾਸਟ ਸਲਾਈਡ ਦੇ ਵਿੱਚ ਦੇਖਿਆ ਸੀ ਆਪਾਂ ਕਿ ਤੁਹਾਡੇ ਕੋਲੇ ਕੀ ਹੈ, ਲਾਸਟ ਫੇਜ਼ ਹੈ ਬਿਫੋਰ ਨੇਮ ਆਫ ਕਲਰ ਤੁਸੀਂ ਯੂਜ਼ ਨਹੀਂ ਕਰੋਗੇ ਕਿਹਦਾ, ਆਪਣੇ ਕੋਲੇ ਆਰਟੀਕਲ ਦਾ। ਜ਼ੀਰੋ ਆਰਟੀਕਲ ਯੂਜ਼ ਕੀਤਾ ਜਾਂਦਾ ਬਿਫੋਰ ਨੇਮ ਆਫ ਕਲਰਸ। ਨੈਕਸਟ ਜੀ ਥਰਡ ਨੰਬਰ ਕੁਐਸਚਨ ਤੁਹਾਡੇ ਕੋਲੇ ਅਗੇਨ ਤੁਸੀਂ ਪਹਿਲਾ ਕੁਐਸਚਨ ਸੋਲਵ ਕਰਨਾ ਹੈ, ਦੈਨ ਆਪਾਂ ਦੇਖਾਂਗੇ ਕਿ ਕਿਹੜਾ ਕਨਸੈਪਟ ਇੱਥੇ ਲੱਗ ਰਿਹਾ। ਦੇਖੋ ਬਹੁਤ ਈਜ਼ੀ ਕੁਐਸਚਨ ਆ ਰਿਹਾ ਜਿਹੜੇ ਤੁਹਾਡੇ ਕੋਲੇ ਆਰਟੀਕਲ ਦੇ ਵਿੱਚੋਂ ਪੁੱਛ ਜਾਂਦੇ, ਬਸ ਤੁਹਾਨੂੰ ਸਿੰਪਲ ਕਨਸੈਪਟ ਪਤਾ ਹੋਣਾ ਜ਼ਰੂਰੀ ਹੈ। ਦੇਖੋ ਜੀ ਇੱਥੇ ਕਿੱਥੇ ਐਰਰ ਹੈ ਤੁਹਾਡੇ ਕੋਲੇ, ਕੀ ਵਾਂਟਡ ਟੂ ਲਰਨ ਦਾ ਫ੍ਰੈਂਚ ਐਂਡ ਡੀ ਪਾਰਟ ਹੈ ਤੁਹਾਡਾ ਨੋ ਐਰਰ। ਚੈੱਕ ਕਰੋ ਕਿਹੜੇ ਪਾਰਟ ਦੇ ਵਿੱਚ ਐਰਰ ਹੈ, ਤਾਂ ਇੱਥੇ ਐਰਰ ਹੈ ਤੁਹਾਡੀ ਸੀ ਪਾਰਟ ਵਿੱਚ। ਕੀ ਐਰਰ ਹੈ ਤਾਂ ਤੁਸੀਂ ਚੈੱਕ ਕਰੋਗੇ ਫ੍ਰੈਂਚ ਵਰਡ ਯੂਜ਼ ਕੀਤਾ ਹੋਇਆ, ਤੇ ਫ੍ਰੈਂਚ ਇੱਥੇ ਕੀ ਹੈ, ਕੋਈ ਪਰਸਨ ਲਰਨ ਕਰਨ ਦੀ ਗੱਲ ਕਰ ਰਿਹਾ, ਇਹਦੇ ਵਿੱਚ ਫ੍ਰੈਂਚ ਕੀ ਹੈ ਤੁਹਾਡੇ ਕੋਲ ਇੱਥੇ ਲੈਂਗੁਏਜ। ਫ੍ਰੈਂਚ ਕੀ ਹੈ, ਲੈਂਗੁਏਜ। ਤੇ ਲੈਂਗੁਏਜ ਦੇ ਨੇਮ ਤੋਂ ਪਹਿਲਾਂ ਤੁਸੀਂ ਆਰਟੀਕਲ ਯੂਜ਼ ਨਹੀਂ ਕਰਦੇ, ਜ਼ੀਰੋ ਆਰਟੀਕਲ ਯੂਜ਼ ਕੀਤਾ ਜਾਂਦਾ ਹੈ। ਸੋ ਤੁਹਾਡੇ ਕੋਲ ਐਰਰ ਕੀ ਹੋਗੀ, ਦਾ ਯੂਜ਼ ਇੱਥੇ ਨਹੀਂ ਹੋਏਗਾ। ਬਿਫੋਰ ਲੈਂਗੁਏਜ ਤੁਸੀਂ ਆਰਟੀਕਲ ਜਿਹੜਾ ਯੂਜ਼ ਨਹੀਂ ਕਰਦੇ, ਜ਼ੀਰੋ ਆਰਟੀਕਲ ਯੂਜ਼ ਕੀਤਾ ਜਾਂਦਾ ਹੈ। ਸੋ ਤੁਸੀਂ ਯੂਜ਼ ਕਰੋਗੇ ਕਿ ਵਾਂਟਡ ਟੂ ਲਰਨ ਫ੍ਰੈਂਚ, ਅੱਗੇ ਤੁਹਾਡੇ ਕੋਲ ਯੂਜ਼ ਨਹੀਂ ਹੋਏਗਾ ਆਰਟੀਕਲ। ਦੇਖੋ ਜੀ ਇਹ ਵੀ ਆਪਾਂ ਕਨਸੈਪਟ ਡਿਸਕਸ ਕੀਤਾ ਹੈ। ਕਿਹੜੀ ਵਾਲੀ ਸਲਾਈਡ ਸੀ ਤੁਹਾਡੀ, ਦੇਖੋ ਇਹ ਸੀ ਬਿਫੋਰ ਲੈਂਗੁਏजेस। ਗ੍ਰੀਨ ਕਲਰ ਦੇ ਵਿੱਚ ਤੁਹਾਨੂੰ ਦਿਖ ਰਿਹਾ ਹੈਗਾ ਫਰੇਜ਼ ਬਿਫੋਰ ਲੈਂਗੁਏजेस, ਤੁਸੀਂ ਆਰਟੀਕਲ ਹੈ ਜਿਹੜਾ ਯੂਜ਼ ਨਹੀਂ ਕਰੋਗੇ। ਹਾਂਜੀ, ਤਾਂ ਤੁਹਾਨੂੰ ਕੁਐਸਚਨ ਬਣਾਉਣ ਤੋਂ ਬਾਅਦ ਤੁਹਾਨੂੰ ਕਨਸੈਪਟ ਵੀ ਦਿਖਾਇਆ ਜਾ ਰਿਹਾ ਕਿ ਆਪਾਂ ਕਨਸੈਪਟ ਡਿਸਕਸ ਕਰ ਰਹੇ ਹਾਂ, ਤੇ ਕਨਸੈਪਟ ਦੇ ਨਾਲ ਤੁਹਾਡੇ ਕੋਲ ਕੁਐਸਚਨ ਨੇ। ਦੇਖੋ ਜੀ ਨੈਕਸਟ ਕੁਐਸਚਨ ਹੈ ਜਿਹੜਾ ਤੁਹਾਡੇ ਕੋਲ ਸੋਲਵ ਕਰੋਗੇ, ਦੈਨ ਆਪਾਂ ਦੇਖ ਰਹੇ ਹਾਂ ਕਿ ਕਿਹੜਾ ਕਨਸੈਪਟ ਇੱਥੇ ਅਪਲਾਈ ਹੋ ਰਿਹਾ। ਦੇਖੋ his wife got home early from the work. His wife got home early from the work. ਤਾਂ ਕਿਹੜੇ ਪਾਰਟ ਦੇ ਵਿੱਚ ਐਰਰ ਹੈ, ਤਾਂ ਐਰਰ ਹੈ ਜੀ ਤੁਹਾਡੇ ਕੋਲੇ ਸੀ ਪੋਰਸ਼ਨ ਦੇ ਵਿੱਚ। ਕੀ ਐਰਰ ਹੈ, ਤਾਂ ਤੁਹਾਡੇ ਕੋਲੇ verb ਵਰਡ ਯੂਜ਼ ਕੀਤਾ ਹੋਇਆ। verb ਕੀ ਹੈ, ਇੱਕ ਅਨਕਾਊਂਟੇਬਲ ਨਾउन, ਅਨਕਾਊਂਟੇਬਲ ਨਾउन। ਤਾਂ ਹੁਣ ਨਾउन ਦੇ ਵਿੱਚ ਆਪਾਂ ਪੜ੍ਹਿਆ ਸੀ ਕਿ verb ਨੂੰ ਤਿੰਨ ਫਾਰਮ ਦੇ ਵਿੱਚ ਯੂਜ਼ ਕੀਤਾ ਜਾ ਸਕਦਾ ਹੈ। ਵਰਕ ਹੋ ਸਕਦਾ ਤੁਹਾਡੇ ਕੋਲੇ, ਵਰਕ ਇੱਕ ਰੈਗੂਲਰ ਕੰਮ ਜਿਹੜਾ ਆਪਾਂ ਕਰ ਰਹੇ ਹਾਂ, ਕੋਈ ਵੀ ਕੋਈ ਕੰਮ ਹੋ ਸਕਦਾ ਹੈ, ਤਾਂ ਕੰਮ ਦੇ ਲਈ ਯੂਜ਼ ਕੀਤਾ ਜਾ ਸਕਦਾ ਹੈ। ਸੈਕਿੰਡ ਤੁਹਾਡੇ ਕੋਲੇ ਵਰਕ ਦਾ ਮਤਲਬ ਕੋਈ ਲਿਟਰੇਰੀ ਵਰਕ ਹੋ ਸਕਦਾ ਹੈ, ਲਿਟਰੇਰੀ ਵਰਕ ਹੋ ਸਕਦਾ ਹੈ। ਇਹ ਆਪਾਂ ਨਾउन ਦੇ ਵਿੱਚ ਡਿਸਕਸ ਕੀਤਾ ਹੋਇਆ ਕਨਸੈਪਟ ਹੈ। ਜਿਨ੍ਹਾਂ ਨੇ ਕਲਾਸਿਸ ਲਗਾਈਆਂ ਹੋਈਆਂ ਨਾउन ਦੀਆਂ ਉਹਨਾਂ ਵਾਸਤੇ ਇਹ ਕਨਸੈਪਟ ਰਿਵੀਜ਼ਨ ਦੇ ਫਾਰਮ ਦੇ ਵਿੱਚ ਹੈ, ਤੇ ਜਿਨ੍ਹਾਂ ਨੇ ਪਹਿਲਾਂ ਨਾउन ਦੀ ਕਲਾਸਿਸ ਨਹੀਂ ਲਾਈਆਂ ਤਾਂ ਇਹ ਕਨਸੈਪਟ ਤੁਸੀਂ ਉੱਥੋਂ ਕਲੀਅਰ ਕਰ ਸਕਦੇ ਹੋ, ਬਿਕੋਜ਼ ਉੱਥੇ ਆਪਾਂ ਕੁਐਸਚਨ ਜਿਹੜੇ ਡਿਸਕਸ ਕੀਤੇ ਹੈ ਕਿ ਵਰਕ ਨੂੰ ਤੁਸੀਂ ਕਾਊਂਟੇਬਲ ਜਾਂ ਅਨਕਾਊਂਟੇਬਲ ਫਾਰਮ ਵਿੱਚ ਕਿਵੇਂ ਯੂਜ਼ ਕਰਦੇ ਹੋ। ਤੇ ਲਿਟਰੇਰੀ ਵਰਕ ਹੋ ਸਕਦਾ ਹੈ। ਸਿਮਿਲਰਲੀ ਤੁਹਾਡੇ ਕੋਲੇ ਵਰਕ ਜਿਵੇਂ ਫਾਇਰ ਵਰਕਸ ਯੂਜ਼ ਕਰਦੇ ਹੋ, ਫਾਇਰ ਵਰਕਸ ਯੂਜ਼ ਕਰਦੇ ਹੋ, ਉਹਦੇ ਵਿੱਚ ਵਰਕ ਦਾ ਯੂਜ਼ ਕਰਦੇ ਹੋ। ਫੈਕਟਰੀ ਵਰਕਸ ਹੋ ਗਿਆ, ਤਾਂ ਇਹ ਤੁਹਾਡੇ ਕੋਲੇ ਆਫਿਸ ਵਰਕਸ ਹੋ ਗਿਆ, ਤਾਂ ਇਹ ਕੀ ਆ ਜਾਂਦਾ ਤੁਹਾਡੇ ਕੋਲੇ ਐਸ ਫਾਰਮ ਨਾਲ ਯੂਜ਼ ਕੀਤਾ ਜਾਂਦਾ ਹੈ। ਬੇਸਿਕਲੀ ਦੇਖਿਆ ਜਾਵੇ ਤਾਂ ਅਨਕਾਊਂਟੇਬਲ ਨਾउन ਨੂੰ ਤੁਸੀਂ ਸਿੰਗੂਲਰ ਫਾਰਮ ਦੇ ਵਿੱਚ ਹੀ ਯੂਜ਼ ਕਰਦੇ ਹੋ, ਤੇ ਨਾਲ ਐਸਐਸ ਲਾ ਕੇ ਪਲੂਰਲ ਨਹੀਂ ਬਣਾ ਸਕਦੇ। ਤੇ ਕੰਮ ਫਾਰਮ ਦੇ ਵਿੱਚ ਤੁਹਾਡੇ ਕੋਲ ਇਹ ਅਨਕਾਊਂਟੇਬਲ ਹੋਏਗਾ, ਲਿਟਰੇਰੀ ਵਰਕ ਹੈ ਤਾਂ ਇਹ ਕਾਊਂਟੇਬਲ ਹੋਏਗਾ। ਬਿਕॉज ਕਿਸੇ ਪਰਸਨ ਦੁਆਰਾ ਲਿਖੇ ਹੋਏ ਕੋਈ ਨਾਵਲ ਨਹੀਂ, ਕੋਈ ਪੋਇਮਸ ਨਹੀਂ, ਤਾਂ ਉਹਨਾਂ ਨੂੰ ਕਾਊਂਟ ਕੀਤਾ ਜਾ ਸਕਦਾ ਹੈ। ਪਲੂਰਲ ਦੀ ਸਿੰਗੂਲਰ ਫਾਰਮ ਹੋਏਗੀ, ਸਿੰਗੂਲਰ ਫਾਰਮ ਵਿੱਚ ਵਰਬ ਵਰਡ ਯੂਜ਼ ਹੋਏਗਾ, ਪਲੂਰਲ ਫਾਰਮ ਵਿੱਚ ਤੁਸੀਂ ਵਰਬਸ ਦਾ ਯੂਜ਼ ਕਰੋਗੇ। ਇਹ ਤੁਹਾਡਾ ਨਾउन ਚ ਕੀਤਾ ਹੋਇਆ ਐਜ਼ ਇਟ ਇਜ਼ ਕਨਸੈਪਟ ਆਪਾਂ। ਤਾਂ ਜਿਨ੍ਹਾਂ ਨੇ ਨਹੀਂ ਲਗਾਈਆਂ ਕਲਾਸਾਂ, ਸੋ ਆਈ ਸੁਜੈਸਟ ਤੁਸੀਂ ਪਹਿਲਾਂ ਜਿਹੜੀਆਂ ਨਾउन ਦੀ ਕਲਾਸਾਂ ਹੋਣੀ ਉਹ ਵੀ ਅਟੈਂਡ ਹੈ ਜਿੱਥੋਂ ਕਰ ਲੈਣੀ ਹੈ। ਬਿਕॉज ਆਰਟੀਕਲ ਹੈ ਜਿਹੜਾ ਤੁਹਾਨੂੰ ਪਤਾ ਲੱਗ ਹੀ ਗਿਆ, ਆਰਟੀਕਲ ਦਾ ਯੂਜ਼ ਕਿੱਥੇ ਹੁੰਦਾ ਬਿਫੋਰ ਨਾउन। ਜੇ ਨਾउन ਦਾ ਕਨਸੈਪਟ ਹੀ ਨਹੀਂ ਕਲੀਅਰ ਤਾਂ ਤੁਹਾਨੂੰ ਪਤਾ ਕਿੱਥੋਂ ਲੱਗੇਗਾ ਵੀ ਇਹ ਨਾउन ਦੇ ਲਈ ਯੂਜ਼ ਕੀਤਾ ਜਾ ਰਿਹਾ, ਕਿਤੇ ਲਈ ਯੂਜ਼ ਕੀਤਾ ਜਾ ਰਿਹਾ। ਸੋ ਚੈੱਕ ਕਰਨਾ ਤੁਸੀਂ ਸਭ ਤੋਂ ਪਹਿਲਾਂ ਉਹ ਕਨਸੈਪਟ ਕਲੀਅਰ ਕਰੋਗੇ, ਇਸ ਤੋਂ ਬਾਅਦ ਜਦੋਂ ਤੁਸੀਂ ਆਪਣਾ ਆਰਟੀਕਲ ਦਾ ਟੌਪਿਕ ਆ ਉਹ ਕਰੋਗੇ। ਦੇਖੋ ਜੀ ਹੁਣ ਇੱਥੇ ਵਰਕ ਵਰਡ ਯੂਜ਼ ਕੀਤਾ ਗਿਆ ਸੀ, ਤੇ ਵਰਕ ਦੇ ਲਈ ਬਿਲਕੁਲ ਵੀ ਇੱਥੇ ਕਿਤੇ ਮੈਂਸ਼ਨ ਨਹੀਂ ਹੈ ਕਿ ਲਿਟਰੇਰੀ ਵਰਕ ਹੈ ਜਾਂ ਫਿਰ ਫਾਇਰ ਵਰਕ ਹੈ ਜਾਂ ਫਿਰ ਫੈਕਟਰੀ ਵਰਕ ਹੈ। ਇੱਥੇ ਸਿੰਪਲ ਵਰਕ ਯੂਜ਼ ਕੀਤਾ ਜਾ ਰਿਹਾ। ਮੀਨਸ ਇੱਥੇ ਹੈਗੀ ਹੈ ਇੱਕ ਅਨਕਾਊਂਟੇਬਲ ਨਾउन ਹੈ, ਤੇ ਅਨਕਾਊਂਟੇਬਲ ਨਾउन ਦੇ ਨਾਲ ਤੁਹਾਡਾ ਆਰਟੀਕਲ ਹੈ ਜਿਹੜਾ ਉਹ ਯੂਜ਼ ਨਹੀਂ ਹੁੰਦਾ, ਤੁਸੀਂ ਜ਼ੀਰੋ ਆਰਟੀਕਲ ਹੈ ਜਿਹੜਾ ਯੂਜ਼ ਕਰਦੇ। ਹੁਣ ਤੁਹਾਨੂੰ ਦਿਖਾਇਆ ਜਾਵੇ ਕਿ ਆਪਾਂ ਕਨਸੈਪਟ ਇਹ ਡਿਸਕਸ ਕਰਕੇ ਆਏ ਹਾਂ। ਦੇਖੋ ਜੀ ਕਿਹੜਾ ਆਪਣਾ ਕਨਸੈਪਟ ਜਿਹੜਾ ਆਪਾਂ ਪਹਿਲੀ ਸਲਾਈਡ ਦੇ ਵਿੱਚ ਹੀ ਡਿਸਕਸ ਕੀਤਾ ਕਿ ਅਨਕਾਊਂਟੇਬਲ ਨਾउन्स ਜਿਵੇਂ ਵਾਟਰ, ਆਇਲ, ਵਰਕ ਯੂਜ਼ ਹੈ, ਜਿਹਨਾਂ ਨਾਲ ਤੁਸੀਂ ਜ਼ੀਰੋ ਆਰਟੀਕਲ ਯੂਜ਼ ਕਰਦੇ ਹੋ। ਇਟ ਮੀਨਸ ਤੁਹਾਡੇ ਕੋਲ ਕੋਈ ਆਰਟੀਕਲ ਜਿਹੜਾ ਯੂਜ਼ ਨਹੀਂ ਕੀਤਾ ਜਾਂਦਾ। 5 ਨੰਬਰ ਕੁਐਸਚਨ ਜੋ ਤੁਸੀਂ ਸੋਲਵ ਕਰਨਾ ਹੈ, ਤਾਂ ਅਗੇਨ ਸਭ ਤੋਂ ਪਹਿਲਾਂ ਤੁਸੀਂ ਸੋਲਵ ਕਰੋਗੇ, ਦੈਨ ਆਪਾਂ ਜਿਹੜਾ ਕਨਸੈਪਟ ਨੂੰ ਡਿਸਕਸ ਕਰਾਂਗੇ। ਦੇਖੋ ਜੀ ਕਿਹੜੇ ਪਾਰਟ ਦੇ ਵਿੱਚ ਐਰਰ ਹੈ। In the spring, we like to clean the house. ਤਾਂ ਹੁਣ ਕੁਐਸਚਨ ਕੀ ਹੈ ਤੁਹਾਡੇ ਕੋਲੇ, ਇਨ ਦਾ ਸਪਰਿੰਗ ਵੀ ਲਾਈਕ ਟੂ ਕਲੀਨ ਦਾ ਹਾਊਸ। ਤਾਂ ਕੁਐਸਚਨ ਇਹ ਹੈ ਕਿ ਤੁਸੀਂ ਚੈੱਕ ਕਰਨਾ ਹੈ ਕਿਹੜੇ ਪਾਰਟ ਦੇ ਵਿੱਚ ਐਰਰ ਹੈ। ਸੈਕਿੰਡ ਤੁਸੀਂ ਕੀ ਕਰਨੀ ਹੈ, ਉਹ ਐਰਰ ਕਰੈਕਟ ਕਰਨੀ ਹੈ, ਕਰੈਕਸ਼ਨ ਹੈ ਜਿਹੜੀ ਉਹਦੇ ਵਿੱਚ ਕਰਨੀ ਹੈ। ਦੇਖੋ ਜੀ ਹੁਣ ਇੱਥੇ ਕਿੱਥੇ ਐਰਰ ਹੈ, ਤਾਂ ਇਹ ਪਾਰਟ ਦੇ ਵਿੱਚ ਐਰਰ ਹੋਈ। ਕੀ ਐਰਰ ਹੈ, ਤੁਹਾਨੂੰ ਦੱਸਿਆ ਜਿਵੇਂ ਵਿੰਟਰ, ਸਮਰ ਤੁਹਾਡੇ ਕੋਲੇ ਆਮ ਜਾਂ ਪੰਜਾਬ ਸਿੰਪਲ ਤੁਸੀਂ ਯੂਜ਼ ਕਰਦੇ ਹੋ ਕੋਈ ਵੀ ਆਪਣੇ ਕੋਲੇ ਸੀਜ਼ਨ ਦਾ ਨੇਮ ਆਫ ਸੀਜ਼ਨ ਹੈ, ਤਾਂ ਤੁਸੀਂ ਕੀ ਯੂਜ਼ ਕਰੋਗੇ, ਜ਼ੀਰੋ ਆਰਟੀਕਲ ਹੈ ਜਿਹੜਾ ਉੱਥੇ ਯੂਜ਼ ਕਰੋਗੇ।
बिफोर सीजन तुसी यूज नहीं कर सकते किसी भी आर्टिकल दैट मीन्स जीरो आर्टिकल नो आर्टिकल यूज किया जाता है इन द स्प्रिंग यूज नहीं होगा सिंपल तुसी यूज करोगे इन स्प्रिंग बट जे इन द स्प्रिंग सीजन ਹੁੰਦਾ ਫਿਰ ਉਹ ਸਹੀ ਸੀ ਸਪਰਿੰਗ ਦਾ ਜਿਹੜਾ ਆਪਣੇ ਕੋਲੇ ਆਬਜੈਕਟ ਦਿੱਤਾ ਹੋਇਆ ਹੈ ਸੋ ਉੱਥੇ ਤੁਹਾਡੇ ਕੋਲੇ ਦਾ ਯੂਜ਼ ਕੀਤਾ ਜਾ ਸਕਦਾ ਹੈ ਅਦਰਵਾਈਜ਼ ਤੁਸੀਂ ਇਹ ਜਿਹੜਾ ਇਹਨੂੰ ਨਹੀਂ ਯੂਜ਼ ਕਰੋਗੇ ਇਨ ਸਪਰਿੰਗ ਯੂਜ਼ ਕੀਤਾ ਜਾਏਗਾ ਇਨ ਸਪਰਿੰਗ ਰੋਂਗ ਹੋਏਗਾ ਅਗੇਨ ਕਨਸੈਪਟ ਆਪਾਂ ਪਿੱਛੇ ਡਿਸਕਸ ਕਰਕੇ ਆ ਚੁੱਕੇ ਹਾਂ ਹਾਂਜੀ ਤਾਂ ਤੁਹਾਨੂੰ ਦਿਖਾ ਦਿੱਤਾ ਜਾਵੇ ਕਿੱਥੇ ਕਨਸੈਪਟ ਡਿਸਕਸ ਕੀਤਾ ਹੈ ਅੱਜ ਦੀ ਕਲਾਸ ਦੇ ਵਿੱਚ ਹੀ ਜਿਹੜੇ ਕਨਸੈਪਟ ਆਪਾਂ ਡਿਸਕਸ ਕੀਤੇ ਹੈ ਬਿਫੋਰ ਸੀਜ਼ਨ ਹਾਂਜੀ ਤਾਂ ਦੇਖੋ ਤੁਹਾਡੇ ਕੋਲ ਯੂਜ਼ ਕੀਤਾ ਹੋਇਆ ਬਿਫੋਰ ਨੇਮ ਆਫ ਸੀਜ਼ਨ ਆਰਟੀਕਲ ਦਾ ਯੂਜ਼ ਨਹੀਂ ਹੁੰਦਾ ਨੈਕਸਟ ਕੁਐਸਚਨ ਹੈ ਜਿਹੜਾ ਤੁਸੀਂ ਸੋਲਵ ਕਰੋਗੇ 6 ਨੰਬਰ ਕੁਐਸਚਨ ਚੈੱਕ ਕਰੋ ਕਿਹੜੇ ਪਾਰਟ ਦੇ ਵਿੱਚ ਚੱਲ ਰਿਹਾ ਫਿਰ ਆਪਾਂ ਕੀ ਕਰਦੇ ਹਾਂ ਉਹਦਾ ਕਨਸੈਪਟ ਦੇਖਦੇ ਹਾਂ ਅਗੇਨ ਕਨਸੈਪਟ ਆਪਾਂ ਡਿਸਕਸ ਕਰ ਚੁੱਕੇ ਹਾਂ The rice is grown in many countries ਤਾਂ ਅਗੇਨ ਚੈੱਕ ਕਰੋਗੇ ਕਿਹੜੇ ਪਾਰਟ ਦੇ ਵਿੱਚ ਐਰਰ ਹੈ ਤਾਂ ਤੁਹਾਡੀ ਐਰਰ ਕਿੱਥੇ ਹੈ ਇਹ ਪਾਰਟ ਦੇ ਵਿੱਚ ਐਰਰ ਹੈ ਕੀ ਐਰਰ ਹੈ ਤਾਂ ਰਾਈਸ ਕੀ ਹੈ ਰਾਈਸ ਕੀ ਇੱਕ ਨਾਮ ਆਪਣੇ ਕੋਲ ਸਿੰਪਲ ਤੁਸੀਂ ਕਹੋ ਤਾਂ ਨਾਉਨ ਹੈ ਨਾਉਨ ਤੋਂ ਪਹਿਲਾਂ ਤੁਸੀਂ ਦੇਖੋਗੇ ਇੱਥੇ ਦਾ ਯੂਜ਼ ਕੀਤਾ ਹੋਇਆ ਨਾਉਨ ਕਿਹੜਾ ਰਾਈਸ ਨਾਉਨ ਹੈ ਨਾਉਨ ਤੋਂ ਪਹਿਲਾਂ ਤੁਹਾਡੇ ਕੋਲ ਇਹ ਵਾਲੇ ਨਾਉਨ ਤੋਂ ਪਹਿਲਾਂ ਦਾ ਯੂਜ਼ ਨਹੀਂ ਹੋਏਗਾ ਬਿਕਾਜ਼ ਰਾਈਸ ਕੀ ਹੈ ਇੱਕ ਮੈਟੀਰੀਅਲ ਨਾਉਨ ਹੈ ਮੈਟੀਰੀਅਲ ਨਾਉਨ ਹੈ ਤੇ ਮੈਟੀਰੀਅਲ ਨਾਮ ਤੋਂ ਪਹਿਲਾਂ ਤੁਸੀਂ ਆਰਟੀਕਲ ਦਾ ਯੂਜ਼ ਆ ਜਿਹੜਾ ਉਹ ਨਹੀਂ ਕਰਦੇ ਤਾਂ ਦਾ ਰੈਜਿਸਟਰ ਇੱਥੇ ਨਹੀਂ ਹੋਏਗਾ ਤਾਂ ਤੁਸੀਂ ਯੂਜ਼ ਕਰੋਗੇ ਸਿੰਪਲ ਰਾਈਸ ਐਂਡ ਗਰੋ ਇਨ ਮੈਨੀ ਕੰਟਰੀਜ਼ ਨੈਕਸਟ ਕੁਐਸਚਨ ਹੈ ਜੀ ਤੁਹਾਡੇ ਕੋਲੇ 7 ਨੰਬਰ ਕੁਐਸਚਨ ਸ਼ੀ ਆਫਨ ਵੀਅਰਸ ਦਾ ਵਾਈਟ ਕਲਰ ਐਟ ਫਾਰਮਲ ਓਕੇਜਨਸ ਤਾਂ ਹੁਣ ਤੁਹਾਨੂੰ ਕਨਸੈਪਟ ਹੈ ਜਿਹੜਾ ਨਾ ਮੈਂ ਪਹਿਲੇ ਹੀ ਦੱਸਤਾ ਜਦੋਂ ਆਪਾਂ ਰੈੱਡ ਕਲਰ ਵਾਲਾ ਕੁਐਸਚਨ ਕੀਤਾ ਸੀ ਤਾਂ ਹੁਣ ਦੇਖੋ ਤੁਸੀਂ ਕਿਹੜੇ ਪਾਰਟ ਦੇ ਵਿੱਚ ਆ ਰਿਹਾ ਹੈ ਸ਼ੀ ਆਫਨ ਵੀਅਰਸ ਦੀ ਵਾਈਟ ਕਲਰ ਐਟ ਫਾਰਮਲ ਓਕੇਜਨਸ ਹਾਂਜੀ पहला आंसर क्या आएगा डी मार्क ਤੁਸੀਂ ਕਰੋਗੇ ਇਹ ਪਾਰਟ ਕੁਐਸਚਨ ਦੇ ਵਿੱਚ ਕੋਈ ਐਰਰ ਨਹੀਂ ਹੈ ਬਿਲਕੁਲ ਸਹੀ ਯੂਜ਼ ਕੀਤਾ ਹੋਇਆ ਹੈ ਇੱਥੇ ਕਿਸੇ ਨੇ ਇਹ ਐਰਰ ਨਹੀਂ ਕਰਨੀ ਕਿ ਇੱਥੇ ਆਰਟੀਕਲ ਦਾ ਯੂਜ਼ ਕੀਤਾ ਹੋਇਆ ਬਿਲਕੁਲ ਬਾਈਟ ਇੱਥੇ ਸਹੀ ਯੂਜ਼ ਕੀਤਾ ਹੋਇਆ ਬਿਕੋਜ਼ ਇੱਥੇ ਬਾਈਟ ਤੋਂ ਬਾਅਦ ਉਹਦਾ ਆਬਜੈਕਟ ਕਲਰ ਦਿੱਤਾ ਹੋਇਆ ਦਾ ਰੈੱਡ ਕਲਰ ਆਪਾਂ ਯੂਜ਼ ਕੀਤਾ ਸੀ ਦਾ ਰੈੱਡ ਕਲਰ ਤੁਹਾਡੇ ਕੋਲੇ ਸਹੀ ਫਰੇਜ਼ ਹੈ ਬਟ ਦਾ ਰੈੱਡ ਹੈ ਜਿਹੜਾ ਉਹ ਰੋਂਗ ਹੋਏਗਾ ਬਿਕੋਜ਼ ਰੈੱਡ ਤੁਹਾਡੇ ਕੋਲੇ ਕਲਰ ਆ ਗਿਆ ਕਲਰ ਤੋਂ ਪਹਿਲਾਂ ਆਰਟੀਕਲ ਨਹੀਂ ਹੁੰਦਾ ਬਟ ਦਾ ਰੈੱਡ ਕਲਰ ਯੂਜ਼ ਕੀਤਾ ਮਤਲਬ ਰੈੱਡ ਦੇ ਵਾਸਤੇ ਤੁਹਾਡਾ ਆਬਜੈਕਟ ਹੈ ਫਿਰ ਦਾ ਯੂਜ਼ ਕਰ ਰਹੇ ਹੋ ਫਿਰ ਉਹ ਸਹੀ ਹੋਏਗਾ ਸਿਮਿਲਰਲੀ ਤੁਹਾਡੇ ਕੋਲੇ ਜਿਵੇਂ ਇੱਥੇ ਯੂਜ਼ ਕੀਤਾ ਹੋਇਆ ਦਾ ਵਾਈਟ ਕਲਰ ਦਾ ਵਾਈਟ ਕਲਰ ਤਾਂ ਇਹ ਸਹੀ ਹੋਏਗਾ ਜੇ ਇੱਥੇ ਦਾ ਵਾਈਟ ਯੂਜ਼ ਕੀਤਾ ਹੁੰਦਾ ਫਿਰ ਉਹ ਰੋਂਗ ਸੀ ਦਾ ਵਾਈਟ ਰੋਂਗ ਹੁੰਦਾ ਹੈ ਤਾਂ ਤੁਹਾਡੇ ਕੋਲੇ ਦਾ ਵਾਈਟ ਕਲਰ ਹੈ ਜਿਹੜਾ ਉਹ ਸਹੀ ਹੈ ਸੋ ਸੀ ਪਾਰਟ ਤੁਹਾਡਾ ਬੀ ਪਾਰਟ ਤੁਹਾਡਾ ਬਿਲਕੁਲ ਸਹੀ ਹੈ ਅੱਗੇ ਤੁਸੀਂ ਚੈੱਕ ਕੀ ਕਰੋਗੇ ਤੁਹਾਡਾ ਡੀ ਪਾਰਟ ਹੈ ਜਿਹੜਾ ਆਨਸਰ ਹੋਏਗਾ ਇਸ ਸੈਂਟੈਂਸ ਦੇ ਵਿੱਚ ਬਿਲਕੁਲ ਵੀ ਕੋਈ ਵੀ ਐਰਰ ਹੈ ਜਿਹੜੀ ਉਹ ਨਹੀਂ ਹੈ ਹਾਂਜੀ ਨੈਕਸਟ ਕੁਐਸਚਨ ਜੋ ਤੁਸੀਂ ਸੋਲਵ ਕਰਨਾ ਹੈ The French language is very beautiful. ਚੈੱਕ ਕਰੋ ਕਿਹੜੇ ਪਾਰਟ ਦੇ ਵਿੱਚ ਐਰਰ ਹੈ ਜਿੰਨੇ ਕੁ ਕੁਐਸਚਨ ਆਪਾਂ ਕੀਤੇ ਆ ਨਾ ਤਾਂ ਇਹ ਚੀਜ਼ ਤਾਂ ਪਤਾ ਲੱਗ ਹੀ ਗਈ ਹੋਣੀ ਹੈ ਕਿ ਕੁਐਸਚਨ ਜਿਹੜੇ ਬਹੁਤ ਈਜ਼ੀ ਪੁੱਛੇ ਜਾਂਦੇ ਆ ਟੌਪਿਕ ਵੀ ਬਹੁਤ ਈਜ਼ੀ ਨੇ ਤੇ ਤੁਸੀਂ ਸਿਰਫ ਰਿਵੀਜ਼ਨ ਹੈ ਜਿਹੜੀ ਇਹਨਾਂ ਦੀ ਕਰਨੀ ਹੈ ਇਹਨਾਂ ਨੂੰ ਯਾਦ ਹੈ ਜਿਹੜਾ ਉਹ ਕਰਨਾ ਵੀ ਕਿਹੜੇ ਕਿਹੜੇ ਟੌਪਿਕ ਹੈ ਜਿਹੜੇ ਤੁਹਾਡੇ ਕੋਲੇ ਆਰਟੀਕਲ ਦੇ ਵਿੱਚ ਤੁਹਾਨੂੰ ਆਉਂਦੇ ਆ ਬਿਕੋਜ਼ ਆਰਟੀਕਲ ਦੇ ਵਿੱਚ ਹਰ ਇੱਕ ਪੇਪਰ ਦੇ ਵਿੱਚ ਲਗਭਗ ਇੱਕ ਕੁਐਸਚਨ ਹੈ ਜਿਹੜਾ ਤੁਹਾਨੂੰ ਦੇਖਣ ਨੂੰ ਜ਼ਰੂਰ ਮਿਲਦਾ ਸੋ ਆਪਣਾ ਨੰਬਰ ਪੱਕਾ ਕਰਨਾ ਹੈ ਤਾਂ ਤੁਹਾਨੂੰ ਇਹਨੂੰ ਚੰਗੇ ਤਰੀਕੇ ਨਾਲ ਜਿਹੜਾ ਉਹ ਕਰਨਾ ਪਏਗਾ ਦੇਖੋ ਜੀ ਦਾ ਫ੍ਰੈਂਚ ਫ੍ਰੈਂਚ ਕੀ ਇੱਕ ਲੈਂਗੁਏਜ ਹੈ ਅੱਗੇ ਤੁਹਾਡੇ ਕੋਲੇ ਯੂਜ਼ ਕੀਤਾ ਹੋਇਆ ਵਰਡ ਲੈਂਗੁਏਜ ਜੇ ਇਹ ਲੈਂਗੁਏਜ ਵਰਡ ਨਾ ਹੁੰਦਾ ਤਾਂ ਤੁਹਾਡੇ ਕੋਲੇ ਦਾ ਫ੍ਰੈਂਚ ਰੌਂਗ ਸੀ ਤੁਸੀਂ ਸਿੰਪਲ ਯੂਜ਼ ਕਰ ਸਕਦੇ ਸੀ ਕਿ ਇਹ ਪਾਰਟ ਜਿਹੜਾ ਤੁਹਾਡਾ ਐਪ ਹੈ ਤੁਹਾਡੇ ਹੁੰਦਾ ਫ੍ਰੈਂਚ ਇਜ਼ ਅ ਵੈਰੀ ਫ੍ਰੈਂਚ ਇਜ਼ ਵੈਰੀ ਬਿਊਟੀਫੁਲ ਤਾਂ ਤੁਸੀਂ ਇੱਥੇ ਯੂਜ਼ ਕਰ ਰਹੇ ਹੋ ਦਾ ਫ੍ਰੈਂਚ ਲੈਂਗੁਏਜ ਦਾ ਫ੍ਰੈਂਚ ਲੈਂਗੁਏਜ ਇਟ ਮੀਨਸ ਤੁਹਾਡੇ ਕੋਲੇ ਦਾ ਜਿਹੜਾ ਆਰਟੀਕਲ ਹੈ ਉਹ ਸਹੀ ਹੋਏਗਾ ਜਿਵੇਂ ਆਪਾਂ ਪਿੱਛੇ ਦਾ ਰੈੱਡ ਕਲਰ ਕੀਤਾ ਤਾਂ ਉਹ ਸੇਮ ਵਾਲਾ ਕੇਸ ਜਿਹੜਾ ਇੱਥੇ ਬਣ ਜਾਏਗਾ ਤਾਂ ਇਹ ਵਾਲੇ ਸੈਂਟੈਂਸ ਦੇ ਵਿੱਚ ਵੀ ਕੋਈ ਐਰਰ ਨਹੀਂ ਹੈ ਡੀ ਆਊਗਾ ਜਿਹੜਾ ਆਨਸਰ ਤੁਹਾਡੇ ਕੋਲੇ ਤੁਸੀਂ ਮਾਰਕ ਕਰੋਗੇ ਨੈਕਸਟ ਹੈ ਤੁਹਾਡੇ ਕੋਲੇ ਕੁਐਸਚਨ 9 ਨੰਬਰ ਕੁਐਸਚਨ ਅਗੇਨ ਚੈੱਕ ਕਰੋ ਕਿਹੜੇ ਪਾਰਟ ਦੇ ਵਿੱਚ ਐਰਰ ਹੈ I live in a apartment which is brand new. ਹਾਂਜੀ ਚੈੱਕ ਕਰੋ ਕਿਹੜੇ ਪਾਰਟ ਦੇ ਵਿੱਚ ਐਰਰ ਹੈ A B C ਔਰ ਜੇ ਨਹੀਂ ਹੈ ਐਰਰ ਤਾਂ ਤੁਸੀਂ D ਮਾਰਕ ਕਰੋਗੇ ਨੋ ਐਰਰ ਹਾਂਜੀ ਤਾਂ ਆਨਸਰ ਆ ਗਿਆ ਹੋਣਾ ਤਾਂ ਆਨਸਰ ਕੀ ਹੈ ਤੁਹਾਡੇ ਕੋਲੇ B ਉਹ ਪਾਰਟ ਦੇ ਵਿੱਚ ਤੁਹਾਡੀ ਐਰਰ ਹੈ ਚੈੱਕ ਕੀ ਕਰੋਗੇ ਆਪਾਂ ਐਨ ਦਾ ਯੂਜ਼ ਕੀਤਾ ਨਾ ਐਨ ਦਾ ਯੂਜ਼ ਕੀਤਾ ਜਾਂਦਾ ਵੋਵਲ ਸਾਊਂਡ ਦੇ ਵਿੱਚ ਜੇ ਤੁਹਾਡੇ ਕੋਲੇ ਵੋਵਲ ਸਾਊਂਡ ਆ ਰਹੀ ਹੈ ਤਾਂ ਤੁਸੀਂ ਐਨ ਦਾ ਯੂਜ਼ ਕਰਦੇ ਹੋ ਇੱਥੇ ਚੈੱਕ ਕਰੋ ਤੁਹਾਡੇ ਕੋਲੇ A ਯੂਜ਼ ਕੀਤਾ ਜਾ ਰਿਹਾ ਤੇ ਵਰਡ ਕੀ ਹੈ ਅਪਾਰਟਮੈਂਟ ਅਪਾਰਟਮੈਂਟ ਉਹਦੀ ਸਾਊਂਡ ਹੈ ਜਿਹੜੀ ਤੁਹਾਡੇ ਕੋਲੇ ਆ ਰਹੀ ਹੈ ਜਿਹਨੂੰ ਵੋਵਲ ਸਾਊਂਡ ਆ ਰਹੀ ਹੈ ਤਾਂ A ਦਾ ਯੂਜ਼ ਨਹੀਂ ਹੋਏਗਾ ਕਿ ਯੂਜ਼ ਹੋਏਗਾ ਐਨ ਦਾ ਯੂਜ਼ ਜਿਹੜਾ ਇੱਥੇ ਕੀਤਾ ਜਾਏਗਾ I live in an apartment which is brand new ਸੋ ਤੁਹਾਡੇ ਕੋਲੇ ਇੱਥੇ B ਪਾਰਟ ਦੇ ਵਿੱਚ ਆ ਰਿਹਾ ਸੀ ਤੇ ਤੁਸੀਂ ਇਹ ਜਿਹੜਾ ਮੈਂ ਜਿਹਨੂੰ ਸੋਲਵ ਕਰਨਾ ਸੀ ਨੈਕਸਟ ਜੀ ਕੁਐਸਚਨ ਤੁਹਾਡੇ ਕੋਲੇ 10 ਨੰਬਰ ਕੁਐਸਚਨ ਲਾਸਟ ਕੁਐਸਚਨ ਹੈ ਜੋ ਆਪਾਂ ਕਨਸੈਪਟ ਇਸ ਕਨਸੈਪਟ ਨਾਲ ਰਿਲੇਟਡ ਕਰ ਰਹੇ ਹਾਂ ਉਸ ਤੋਂ ਬਾਅਦ ਤੁਹਾਡਾ ਇੱਕ ਨਿਊ ਕਨਸੈਪਟ ਜਿਹੜਾ ਆਪਾਂ ਡਿਸਕਸ ਕਰਾਂਗੇ ਦੇਖੋ ਜੀ ਕਿਹੜੇ ਪਾਰਟ ਦੇ ਵਿੱਚ ਇੱਥੇ ਐਰਰ ਹੈ he is an Indian but he thinks of himself as an European ਹਾਂਜੀ ਤਾਂ ਜਿਨ੍ਹਾਂ ਨੇ ਹੋਮਵਰਕ ਕੁਐਸਚਨ ਸੋਲਵ ਕੀਤੇ ਸੀ ਉਹਨਾਂ ਵਾਸਤੇ ਇਹ ਕੁਐਸਚਨ ਬਹੁਤ ਈਜ਼ੀ ਹੈ ਈਜ਼ੀਲੀ ਫਾਈਂਡ ਆਊਟ ਕਰ ਲੈਣਗੇ ਕਿਹੜੀ ਐਰਰ ਹੈ
हाँ जी, तो ਕੀ ਆਂਸਰ ਆਏਗਾ ਤੁਹਾਡਾ? ਇੱਥੇ ਐਰਰ ਹੈ ਸੀ ਪੋਰਸ਼ਨ ਦੇ ਵਿੱਚ, ਸੀ ਪਾਰਟ ਜਿਹੜਾ ਰੋਂਗ ਹੈ। ਕੀ ਐਰਰ ਹੈ? ਤੁਸੀਂ ਦੇਖਿਆ ਵਰਡ ਯੂਰੋਪੀਅਨ, ਯੂਰੋਪੀਅਨ। ਤਾਂ ਹੁਣ ਇੱਥੇ ਸਾਊਂਡ ਕਾਹਦੀ ਆ ਰਹੀ ਹੈ ਤੁਹਾਡੇ ਕੋਲ? ਯੇ ਦੀ ਆਵਾਜ਼ ਆ ਜਿਹੜੀ ਤੁਸੀਂ ਯੂਜ਼ ਕਰ ਸਕਦੇ ਹੋ ਯੂਰੋਪੀਅਨ। ਯੇ ਦੀ ਆਵਾਜ਼ ਆ ਜਿਹੜੀ ਇੱਥੇ ਕੀਤੀ ਜਾ ਰਹੀ ਹੈ। ਤੁਸੀਂ ਐਨ ਦਾ ਯੂਜ਼ ਇੱਥੇ ਨਹੀਂ ਕਰੋਗੇ ਬਿਕੋਜ਼ ਐਨ ਦਾ ਯੂਜ਼ ਤਾਂ ਵੋਵਲ ਸਾਊਂਡ ਲਈ ਹੁੰਦਾ ਹੈ। ਤੁਸੀਂ ਯੂਜ਼ ਕਰੋਗੇ ਅ ਵਰਡ ਦਾ, ਯੂਰੋਪੀਅਨ। ਐਨ ਦਾ ਯੂਜ਼ ਆ ਜਿਹੜਾ ਇੱਥੇ ਰੋਂਗ ਯੂਜ਼ ਕੀਤਾ ਹੋਇਆ ਹੈ, ਤਾਂ ਤੁਸੀਂ ਸੀ ਪਾਰਟ ਦਾ ਜਿਹੜਾ ਉਹ ਟਿਕ ਕਰੋਗੇ ਤੇ ਏ ਦਾ ਯੂਜ਼ ਹੋ ਸਕਦਾ ਹੈ। ਹੀ ਇਜ਼ ਐਨ ਇੰਡੀਅਨ ਬਟ ਹੀ ਥਿੰਕਸ ਆਫ ਹਿਮਸੈਲਫ ਐਜ਼ ਅ यूरोपियन। ਤਾਂ ਤੁਸੀਂ ਸੀ ਪਾਰਟ ਦਾ ਜਿਹੜਾ ਉਹ ਆ ਰਿਹਾ ਉਹ ਟਿਕ ਕਰੋਗੇ। ਆਈ ਹੋਪ ਕਲੀਅਰ ਹੋਏਗਾ। ਜਿੰਨੇ ਵੀ ਕੁਐਸਚਨ ਆਪਾਂ ਸੋਲਵ ਕੀਤੇ 10 ਕੁਐਸਚਨ ਹੈ ਜਿਹੜੇ ਆਪਾਂ ਦੇਖੇ ਆ, ਪਲੱਸ ਕੰਸੈਪਟ ਦੇਖਿਆ ਕਿ ਕਿਸ ਤਰੀਕੇ ਨਾਲ ਜਿਹੜਾ ਕਿੱਥੇ ਕਿਹੜੇ ਕਿਹੜੇ ਵਰਡ ਦੇ ਫਾਰਮ ਦੇ ਵਿੱਚ ਤੁਹਾਡੇ ਕੋਲੇ ਆਰਟੀਕਲ ਦਾ ਯੂਜ਼ ਨਹੀਂ ਹੋਏਗਾ, ਮੀਨਸ ਜ਼ੀਰੋ ਆਰਟੀਕਲ ਜਾਂ ਨੋ ਆਰਟੀਕਲ ਜਿਹੜਾ ਤੁਹਾਡੇ ਕੋਲੇ ਯੂਜ਼ ਕੀਤਾ ਜਾਏਗਾ। ਹੁਣ ਆਪਣੇ ਕੋਲੇ ਨੈਕਸਟ ਕੰਸੈਪਟ ਜੋ ਆਪਾਂ ਕਰਨ ਜਾ ਰਹੇ ਹਾਂ ਕੌਨਸੋਨੈਂਟ ਸਾਊਂਡਸ ਦੇ ਫਾਰਮ ਦੇ ਵਿੱਚ। ਹੁਣ ਦੇਖੋ ਤੁਹਾਡੇ ਕੋਲ ਵਰਡ ਕਰਵਾਇਆ, ਮੈਂ ਤੁਹਾਨੂੰ ਯੂਰੋਪੀਅਨ ਕਰਵਾਇਆ ਨਾ, ਤੁਹਾਨੂੰ ਮੈਂ ਪਹਿਲੇ ਬੋਲ ਕੇ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਤੁਹਾਡੇ ਕੋਲ ਸਾਊਂਡ ਹੈ ਜਿਹੜੀ ਉਹ ਕੌਨਸੋਨੈਂਟ ਆ ਰਹੀ ਹੈ ਜਾਂ ਵੋਵਲ ਆ ਰਹੀ ਹੈ। ਤਾਂ ਹੁਣ ਤੁਹਾਡੇ ਕੋਲ ਕੁਝ ਕੁ ਵਰਡ ਨੇ ਜਿਵੇਂ ਆਪਾਂ ਕਹਿ ਰਹੇ ਹਾਂ ਵੀ ਏ ਈ ਆਈ ਓ ਯੂ ਨਾਲ ਸਟਾਰਟ ਹੋਣ ਵਾਲੇ ਵਰਡ ਤੁਹਾਡੇ ਕੋਲ ਕੀ ਹੋ ਜਾਂਦੇ ਆ? ਵੋਵਲ। ਤਾਂ ਵੋਵਲ ਅਸਲ ਦੇ ਵਿੱਚ ਉਹ ਵੋਵਲ, ਹਾਂ ਵੋਵਲ ਨਾਲ ਸਟਾਰਟ ਹੋ ਰਿਹਾ ਬਟ ਜ਼ਰੂਰੀ ਨਹੀਂ ਵੀ ਉਹ ਵੋਵਲ ਹੈ ਜਿਹੜਾ ਤੁਹਾਡੇ ਕੋਲ ਵੋਵਲ ਸਾਊਂਡ ਦੇ ਰਿਹਾ ਹੋਵੇ। ਫॉर एग्जांपल ਆ ਨੀਚੇ ਤੁਹਾਡੇ ਕੋਲ ਕਿੰਨੇ ਵਰਡ ਲਿਖੇ ਹੋਏ ਆ? 4 ਇੱਕ ਲਾਈਨ ਦੇ ਵਿੱਚ ਹੈ, 4 ਹੈ ਜਿਹੜੇ ਤੁਹਾਡੇ ਕੋਲ ਇੱਕ ਲਾਈਨ ਦੇ ਵਿੱਚ ਹੈ। ਫਰੇਜ਼ਸ ਨੇ ਤੇ ਜਿਨ੍ਹਾਂ ਨਾਲ ਤੁਹਾਡੇ ਕੋਲ ਆਰਟੀਕਲ ਹੈ ਜਿਹੜਾ ਇਹ ਯੂਜ਼ ਕੀਤਾ ਹੋਇਆ। ਦੇਖਿਆ ਜਾਵੇ ਤਾਂ ਹੁਣ ਯੂ ਨਾਲ ਸੈਂਟੈਂਸ ਆਹ ਵਰਡ ਹੈ ਤੁਹਾਡੇ ਕੋਲ ਸਟਾਰਟ ਹੋ ਰਿਹਾ, ਇਹ ਵੀ ਯੂ ਨਾਲ ਹੈ, ਇਹ ਵੀ ਯੂ ਨਾਲ, ਇਹ ਵੀ ਯੂ ਨਾਲ, ਨੈਕਸਟ ਵੀ ਯੂ, ਦੈਨ ਈ, ਯੂ, ਓ। ਤੁਹਾਡੇ ਕੋਲ ਸਾਰੇ ਹੈਗੇ ਤਾਂ ਵੋਵਲ ਨਾਲ ਸਟਾਰਟ ਹੋਣ ਵਾਲੇ ਵਰਡ ਨੇ ਬਟ ਇਹਨਾਂ ਨਾਲ ਆਰਟੀਕਲ ਤੁਹਾਡੇ ਕੋਲ ਐਨ ਦੀ ਥਾਂ ਤੇ ਏ ਲੱਗਿਆ ਹੋਇਆ ਹੈ। ਰੀਜ਼ਨ ਕੀ ਹੈ? ਕਿਉਂਕਿ ਇਹਨਾਂ ਦੇ ਵਿੱਚ ਤੁਹਾਡੇ ਕੋਲ ਕੌਨਸੋਨੈਂਟ ਸਾਊਂਡ ਹੈ ਜਿਹੜੀ ਉਹ ਆ ਰਹੀ ਹੈ। ਤੁਸੀਂ ਵੋਵਲ ਸਾਊਂਡ ਹੈ ਜਿਹੜੇ ਉਹਦੇ ਅੱਗੇ ਐਨ ਦਾ ਯੂਜ਼ ਕਰਦੇ ਹੋ, ਅਦਰਵਾਈਜ਼ ਤੁਸੀਂ ਏ ਦਾ ਯੂਜ਼ ਹੈ ਜਿਹੜਾ ਉਹ ਕਰਨਾ ਹੁੰਦਾ ਹੈ। ਹੁਣ ਇੱਥੇ ਦੇਖੋ ਆਪਾਂ ਸਾਊਂਡਸ ਕੱਢ ਕੇ ਦੇਖਦੇ ਹਾਂ। ਯੂਨੀਕ ਕੀ ਹੈ ਇਹ? ਯੂਨੀਕ ਕਾਹਦੀ ਸਾਊਂਡ ਆਈ? ਯੋ ਦੀ। ਤੁਹਾਡੇ ਕੋਲ ਅਗੇਨ ਆਪਣੇ ਕੋਲ ਯੂਨੀਕ ਜਾਂ ਜਈਆ ਦੀ ਆਵਾਜ਼ ਆ ਰਹੀ ਹੈ, ਵੋਵਲ ਸਾਊਂਡ ਨਹੀਂ ਆ ਰਹੀ ਤਾਂ ਤੁਸੀਂ ਐਨ ਦਾ ਯੂਜ਼ ਨਹੀਂ ਕਰੋਗੇ। ਨੈਕਸਟ ਇਜ਼ ਯੂਨੀਵਰਸਲ। ਅਗੇਨ ਤੁਸੀਂ ਕੀ ਦੇਖੋਗੇ? ਕੌਨਸੋਨੈਂਟ ਸਾਊਂਡ ਹੈ। यूनिट अगेन कॉन्सोनेंट साउंड है। यूनिवर्सिटी अगेन कॉन्सोनेंट साउंड। यूटोपिया अगेन कॉन्सोनेंट। यू एंड यू नहीं कहा जाता, एक होंगे यू वर्ड है जिहड़ा यूज किया जाता है। यू है जिहड़ा इहनूं प्रोनाउंस किया जाता है। नेक्स्ट यूनिफॉर्म अगेन ये दी आवाज है, वॉवल साउंड नहीं है। 1 रूपी नोट वावे दी आवाज है जिहड़ी तुहाडी इत्थे आई है। अन नहीं है, ऑन नहीं है, ਇੱਥੇ ਤੁਸੀਂ ਯੂਜ਼ ਕੀਤਾ ਵਾਵਾ ਸਾਊਂਡ ਹੈ। ਤੁਸੀਂ ਕੀ ਕਰੋਗੇ? ਕੌਨਸੋਨੈਂਟ ਸਾਊਂਡ ਹੈ ਤਾਂ ਆਰਟੀਕਲ ਇਹ ਦਾ ਯੂਜ਼ ਜਿਹੜਾ ਇੱਥੇ ਕਰੋਗੇ। ਜਿਹੜਾ ਕੋਲੇ ਵੋਵਲ ਸਾਊਂਡ ਨਹੀਂ ਆ ਰਹੀ, ਸੋ ਵੋਵਲ ਦੇ ਫਾਰਮ ਦੇ ਵਿੱਚ ਤੁਹਾਡੇ ਕੋਲ ਐਨ ਯੂਜ਼ ਹੁੰਦਾ ਹੈ, ਅਦਰਵਾਈਜ਼ ਤੁਸੀਂ ਯੂਜ਼ ਕਰਨਾ ਹੁੰਦਾ ਹੈ ਇਹ ਦਾ ਯੂਜ਼ ਹੈ ਜਿਹੜਾ ਉਹ ਕਰਨਾ ਹੁੰਦਾ। ਐਨ ਦਾ ਯੂਜ਼ ਸਿਰਫ ਵੋਵਲ ਸਾਊਂਡ ਦੇ ਕੇਸ ਦੇ ਵਿੱਚ ਹੋਣਾ। ਜਿੱਥੇ ਤੁਹਾਡੀ ਵੋਵਲ ਸਾਊਂਡ ਹੈ ਉੱਥੇ ਹੀ ਤੁਹਾਡੇ ਕੋਲੇ ਐਨ ਯੂਜ਼ ਹੋਏਗਾ, ਅਦਰਵਾਈਜ਼ ਤੁਸੀਂ ਕੀ ਯੂਜ਼ ਕਰੋਗੇ? ਇਹ ਹੈ ਜਿਹੜਾ ਯੂਜ਼ ਕਰੋਗੇ। ਤਾਂ ਹੁਣ ਇੱਥੇ ਤੁਹਾਨੂੰ ਦੱਸ ਦਿੱਤਾ ਜਾਵੇ ਮੀਨਿੰਗ ਕੀ ਹੁੰਦਾ। ਯੂਨੀਕ ਦਾ ਮਤਲਬ ਹੁੰਦਾ ਕੋਈ ਚੀਜ਼ ਜਿਹੜੀ ਸਪੈਸੀਫਿਕ ਹੈ, ਖਾਸ ਹੈ। ਯੂਨੀਵਰਸਲ ਮਤਲਬ ਜਿਵੇਂ ਬ੍ਰਹਿਮੰਡ ਵਾਸਤੇ ਆਪਾਂ ਯੂਜ਼ ਕਰ ਲੈਂਦੇ ਹਾਂ। ਯੂਨਿਟ ਮਤਲਬ ਹੁੰਦਾ ਕੋਈ ਚੀਜ਼ ਜਦੋਂ ਯੂਨਿਟ ਫਾਰਮ ਦੇ ਲਈ ਯੂਜ਼ ਕਰ ਰਹੇ ਹੋ ਤੁਸੀਂ ਇੱਕ ਵਾਸਤੇ ਯੂਜ਼ ਕਰ ਸਕਦੇ ਹੋ। ਯੂਨੀਵਰਸਿਟੀ ਤੁਹਾਨੂੰ ਪਤਾ ਹੀ ਹੋਣਾ, ਸਮੂਹ ਯੂਨੀਵਰਸਿਟੀ ਜਿਵੇਂ ਆਪਣੇ ਹੁੰਦੇ ਆ। ਯੂਟੋਪੀਆ ਦਾ ਮਤਲਬ ਹੁੰਦਾ ਇੱਕ ਆਈਡੀਅਲ ਪੋਜੀਸ਼ਨ, ਆਈਡੀਅਲ ਸਿਚੁਏਸ਼ਨ ਵਾਸਤੇ ਤੁਸੀਂ ਯੂਟੋਪੀਆ ਯੂਜ਼ ਕਰ ਸਕਦੇ ਹੋ ਜਿੱਥੇ ਸਾਰਾ ਕੁਝ ਵਧੀਆ ਹੋਵੇ, ਆਈਡੀਅਲ ਫਾਰਮ ਦੇ ਵਿੱਚ ਹੋਵੇ। ਯੂ ਕੀ ਹੁੰਦਾ ਤੁਹਾਡੇ ਕੋਲੇ? ਫੀਮੇਲ ਸ਼ੀਪ ਵਾਸਤੇ ਯੂਜ਼ ਕੀਤਾ ਜਾਣ ਵਾਲਾ ਵਰਡ ਹੈ। ਫੀਮੇਲ ਸ਼ੀਪ ਨੂੰ ਤੁਸੀਂ ਕਹਿੰਦੇ ਹੋ ਯੂ ਸ਼ੀਪ। ਨੈਕਸਟ ਵਰਡ यूनिफॉर्म मतलब कि ਤੁਹਾਡੀ ਵਰਦੀ। 1 ਰੁਪਏ ਨੋਟ ਇਹਦਾ ਪਤਾ ਹੀ ਹੈ 1 ਰੁਪਏ ਦਾ ਨੋਟ। ਅੱਗੇ ਦੇਖੋ ਜੀ ਇਹ ਸਾਰੀਆਂ ਕੌਨਸੋਨੈਂਟ ਸਾਊਂਡਸ ਜਿੰਨੀਆਂ ਵੀ ਆਪਾਂ ਦੇਖੀਆਂ ਯੂਨੀਵਰਸਲ, ਯੂਨੀਕ, ਯੂਨਿਟ, ਯੂਨੀਵਰਸਿਟੀ, ਯੂਟੋਪੀਆ, ਯੂ, यूनिफॉर्म, 1 ਰੁਪਏ ਨੋਟ। ਇਹਨਾਂ ਦੇ ਅੱਗੇ ਤੁਹਾਡੇ ਕੋਲੇ ਆਰਟੀਕਲ ਵੀ ਯੂਜ਼ ਕੀਤਾ ਜਾਏਗਾ, ਇਹ ਹੈ ਜਿਹੜਾ ਤੁਸੀਂ ਯੂਜ਼ ਕਰੋਗੇ। ਨੈਕਸਟ ਕੰਸੈਪਟ ਕਿਹੜਾ ਹੈਗਾ ਆਪਣੇ ਕੋਲੇ? ਵੋਵਲ ਸਾਊਂਡਸ ਦਾ। ਵੋਵਲ ਸਾਊਂਡਸ ਜ਼ਰੂਰੀ ਤਾਂ ਨਹੀਂ ਤੁਹਾਡੇ ਕੋਲੇ ਜਿਹੜੇ ਵੋਵਲ ਦੇ ਨਾਲ ਸਟਾਰਟ ਹੋ ਕੇ ਉਹਨੂੰ ਵੋਵਲ ਸਾਊਂਡ ਦੇਣੀ ਆ, ਤਾਂ ਕਈ ਵਾਰ ਕੀ ਹੁੰਦਾ ਤੁਹਾਡੇ ਕੋਲੇ ਕੌਨਸੋਨੈਂਟ ਤੋਂ ਸਟਾਰਟ ਹੋਣ ਵਾਲੇ ਵਰਡ ਵੀ ਹੈ ਜਿਹੜੇ ਤੁਹਾਡੇ ਵੋਵਲ ਸਾਊਂਡ ਉਹ ਦੇ ਦਿੰਦੇ ਆ ਬਟ ਉਹ ਹੁੰਦਾ ਸੇਮ ਚੀਜ਼, ਤੁਸੀਂ ਉਹਨਾਂ ਨੂੰ ਫੁੱਲ ਫਾਰਮ ਦੀ ਨਹੀਂ, ਫੁੱਲ ਫਾਰਮ ਵਿੱਚ ਯੂਜ਼ ਨਹੀਂ ਕਰੋਗੇ। ਜਿਵੇਂ ਤੁਸੀਂ ਐਫ ਆਈ ਆਰ ਯੂਜ਼ ਕੀਤਾ ਹੋਇਆ ਤਾਂ ਤੁਹਾਡੇ ਕੋਲੇ ਇੱਥੇ ਐਫ ਆਈ ਆਰ ਹੀ ਤੁਸੀਂ ਯੂਜ਼ ਕਰੋਗੇ ਤਾਂ ਹੀ ਤੁਹਾਡੀ ਵੋਵਲ ਸਾਊਂਡ ਬਣੇਗੀ। ਜੇ ਐਫ ਨੂੰ ਪ੍ਰੋਨਾਂਸ ਕੀਤਾ ਜਾਵੇ ਤਾਂ ਉਹਦੀ ਆਵਾਜ਼ ਜਿਹੜੀ ਅੱਗੇ ਆਉਂਦੀ ਐਫ। ਐਫ ਜਿਹੜਾ ਐਮ ਲਿਖਿਆ ਜਾਂਦਾ ਹੈ, ਸੋ ਕਾਹਦੀ ਸਾਊਂਡ ਆਈ? ਐ ਦੀ। ਅਗੇਨ ਐਨ ਵੋਵਲ ਸਾਊਂਡ ਹੈ, ਐਨ ਦਾ ਯੂਜ਼ ਹੋਇਆ। ਐਕਸ, ਐਕਸ ਅਗੇਨ ਉਹਦੀ ਸਾਊਂਡ ਆਈ ਤਾਂ ਐਨ ਦਾ ਯੂਜ਼ ਹੋਇਆ। ਐਨ ਵੋਵਲ ਸਾਊਂਡ ਐਂਡ ਦਾ ਯੂਜ਼ ਹੋਏਗਾ। ਸੋ ਜਿੰਨਾ ਵਰਡਸ ਜਿਹੜਾ ਲੈਟਰਸ ਨੂੰ ਤੁਸੀਂ ਯੂਜ਼ ਕਰਦੇ ਹੋ ਐਬਰੀਵੇਸ਼ਨ ਫਾਰਮ ਦੇ ਲਈ ਐਫ ਆਈ ਆਰ, ਐਕਸ-ਰੇ, ਐਨਓਸੀ ਇਹਨਾਂ ਦੀ ਫੁੱਲ ਫਾਰਮ ਹੋ ਸਕਦੀ ਹੈ ਵੀ ਤੁਹਾਡੇ ਕੋਲੇ ਵੋਵਲ ਸਾਊਂਡ ਨਾ ਦਿੰਦੀ ਹੋਵੇ ਬਟ ਜਦੋਂ ਤੁਸੀਂ ਇਹਨਾਂ ਨੂੰ ਐਬਰੀਵੇਸ਼ਨ ਫਾਰਮ ਦੇ ਵਿੱਚ ਐਜ਼ ਇਟ ਇਜ਼ ਯੂਜ਼ ਕਰੋਗੇ, ਐਫ ਨੂੰ ਐਫ ਹੀ ਪ੍ਰੋਨਾਊਂਸ ਕਰੋਗੇ, ਐਕਸ ਐਨ ਯੂਜ਼ ਕਰੋਗੇ ਤੁਹਾਡੇ ਕੋਲ ਇਹ ਵੋਵਲ ਸਾਊਂਡ ਦਿੰਦੇ ਆ ਤਾਂ ਇਹਨਾਂ ਨਾਲ ਕੀ ਆਰਟੀਕਲ ਯੂਜ਼ ਕੀਤਾ ਜਾਂਦਾ ਹੈ? ਐਨ ਦਾ ਯੂਜ਼ ਹੈ ਜਿਹੜਾ ਤੁਸੀਂ ਕਰਨਾ ਹੈ। ਜਿਵੇਂ ਤੁਹਾਡੇ ਕੋਲੇ ਨੀਚੇ ਕੁਝ ਕੌਨਸੋਨੈਂਟ ਲਿਖੇ ਹੋਏ ਆ ਜਿਹੜਿਆਂ ਦਾ ਪ੍ਰੋਨਾਊਂਸ ਕਰਨ ਦੇ ਵਿੱਚ ਇਹ ਹੁੰਦੇ ਆ ਵੋਵਲ ਸਾਊਂਡ ਦੇ ਜਿਵੇਂ ਐਫ, ਐਫ एच ਇਹਨਾਂ ਨੂੰ ਲਿਖ ਕੇ ਦੇਖ ਸਕਦੇ ਹੋ ਤੁਸੀਂ ਐਫ ਐਚ ਐਲ ਐਮ ਐਨ
आर एस एप्स ਇਹ ਸਾਰੇ ਦੇ ਸਾਰੇ ਤੁਹਾਡੇ ਕੋਲ ਕਾਹਦੀ ਸਾਊਂਡ ਦੇ ਰਹੇ ਆ ਦੀ ਸਾਊਂਡ ਹੈ ਜਿਹੜੀ ਉਹਦੇ ਨਾਲ ਆ ਰਿਹਾ ਮੀਨਸ ਕਿ ਨਹੀਂ ਵੋਵਲ ਸਾਊਂਡ ਹੈ ਜਿਹੜੀ ਦੇ ਰਹੇ ਆ ਤਾਂ ਹੁਣ ਜੇ ਇਹਨਾਂ ਨੂੰ ਐਬਰੀਵੇਸ਼ਨ ਫਾਰਮ ਦੇ ਵਿੱਚ ਯੂਜ਼ ਕੀਤਾ ਜਾ ਰਿਹਾ ਤਾਂ ਇਹਨਾਂ ਦੀ ਸਾਊਂਡ ਜੋ ਹੋਏਗੀ ਵੋਵਲ ਹੋਏਗੀ ਤੇ ਤੁਸੀਂ ਯੂਜ਼ ਕਰੋਗੇ ਆਰਟੀਕਲ ਐਂਡ ਤਾਂ ਐਸੀ ਜੀ ਅੱਜ ਦੀ ਕਲਾਸ ਦਾ ਲਾਸਟ ਕੰਸੈਪਟ ਜੋ ਆਪਾਂ ਡਿਸਕਸ ਕੀਤਾ ਹੈ ਇੱਕ ਵਾਰ ਉਹ ਇੱਕ ਰਿਵੀਜ਼ਨ ਲਵਾਂਗੇ ਜਿੰਨੇ ਵੀ ਕੰਸੈਪਟ ਅੱਜ ਦੀ ਕਲਾਸ ਦੇ ਵਿੱਚ ਹੋਇਆ ਇਸ ਤੋਂ ਬਾਅਦ ਜਿਹੜਾ ਆਪਾਂ ਕਲਾਸ ਨੂੰ ਓਵਰ ਕਰਾਂਗੇ ਦੇਖੋ ਜੀ ਆਰਟੀਕਲ ਦੀ ਤੁਹਾਡੀ ਸਭ ਤੋਂ ਪਹਿਲਾਂ ਤਾਂ ਕਲਾਸ ਕਿੰਨੀ ਸੀ 7 ਨੰਬਰ ਕਲਾਸ ਹੈ ਜਿਹੜੀ ਆਪਾਂ ਡਿਸਕਸ ਕੀਤੀ ਹੈ ਫੋਰਥ ਕਲਾਸ ਵਿੱਚ ਪਹਿਲਾਂ ਕਰ ਚੁੱਕੇ ਹਾਂ ਜਿਸ ਵਿੱਚ ਆਪਾਂ ਡੈਫੀਨੇਸ਼ਨ ਦੇਖੀ ਸੀ ਟਾਈਪਸ ਕਿਉਂਕਿ ਅਸੀਂ ਆਰਟੀਕਲ 2 ਟਾਈਪਸ ਦਾ ਹੁੰਦਾ ਹੈ ਇਸ ਵਾਰ ਤੁਹਾਨੂੰ ਇੱਕ ਹੋਮਵਰਕ ਕੁਐਸਚਨ ਦਿੱਤੇ ਸੀ ਜਿਹੜੇ ਆਪਾਂ ਕਲਾਸ ਵਿੱਚ ਡਿਸਕਸ ਕਰ ਚੁੱਕੇ ਹਾਂ ਤੁਸੀਂ ਆਨਸਰ ਹੈ ਜਿਹੜੇ ਉਹ ਚੈੱਕ ਕਰ ਸਕਦੇ ਹੋ ਨੈਕਸਟ ਦੇਖਿਆ ਆਪਾਂ ਡੈਫੀਨਿਟ ਤੇ ਇੰਡੈਫੀਨਿਟ ਆਰਟੀਕਲ ਦਾ ਯੂਜ਼ ਕਿਸ ਤਰੀਕੇ ਨਾਲ ਕੀਤਾ ਜਾਂਦਾ ਜਦੋਂ ਤੁਸੀਂ ਕਿਸੇ ਸਪੈਸੀਫਿਕ ਚੀਜ਼ ਦੀ ਗੱਲ ਕਰ ਰਹੇ ਹੋ ਜਿਹਦੇ ਬਾਰੇ ਤੁਸੀਂ ਜਾਂ ਫਿਰ ਰਾਈਟਰ ਹੈ ਜਿਹੜਾ ਜਾਣਦਾ ਹੈ ਤਾਂ ਤੁਸੀਂ ਕੀ ਕਰਦੇ ਹੋ ਆਰਟੀਕਲ ਦਾ ਯੂਜ਼ ਕਰਦੇ ਹੋ ਬਟ ਜੇ ਇਹੋ ਜਿਹੀ ਚੀਜ਼ ਦੀ ਗੱਲ ਕੀਤੀ ਜਾ ਰਹੀ ਹੈ ਜਿਹਦੇ ਬਾਰੇ ਤੁਸੀਂ ਜਾਂ ਰਾਈਟਰ ਜਿਹੜਾ ਅਨਨੋਨ ਹੈ ਤੁਸੀਂ ਕੀ ਯੂਜ਼ ਕਰੋਗੇ ਆਰਟੀਕਲ ਏ ਜਾਂ ਐਂਡ ਦੇ ਵਿੱਚ ਯੂਜ਼ ਕਰੋਗੇ ਨੈਕਸਟ ਆਪਾਂ ਜਿਹੜਾ ਮੋਸਟ ਇੰਪੋਰਟੈਂਟ ਟਾਪਿਕ ਹੈ ਤੁਹਾਡਾ ਆਰਟੀਕਲ ਦਾ ਯੂਜ਼ ਆਫ ਜ਼ੀਰੋ ਆਰਟੀਕਲ ਮਤਲਬ ਕਿਸੇ ਆਰਟੀਕਲ ਦਾ ਯੂਜ਼ ਨਹੀਂ ਕੀਤਾ ਜਾਂਦਾ ਵਰਡਸ ਜੇ ਤੁਹਾਡੇ ਕੋਲ ਐਬਸਟ੍ਰੈਕਟ ਨਾਉਨ ਹੈ ਮਟੀਰੀਅਲ ਨਾਉਨ ਹੈ ਅਨਕਾਊਂਟੇਬਲ ਜਾਂ ਫਿਰ ਤੁਹਾਡੇ ਕੋਲ ਰੈਗੂਲਰ ਮੀਲ ਦੀ ਗੱਲ ਹੋ ਰਹੀ ਹੈ ਬਿਫੋਰ ਨੇਮ ਆਫ ਮੰਥ ਤੁਸੀਂ ਆਰਟੀਕਲ ਯੂਜ਼ ਨਹੀਂ ਕਰੋਗੇ ਲੈਂਗੁਏਜ ਸਬਜੈਕਟ ਤੇ ਡਿਸੀਜ਼ ਤੋਂ ਪਹਿਲਾਂ ਆਰਟੀਕਲ ਦਾ ਯੂਜ਼ ਨਹੀਂ ਕੀਤਾ ਜਾਂਦਾ ਸਿਮਿਲਰਲੀ ਤੁਹਾਡੇ ਕੋਲ ਜੇ ਸੀਜ਼ਨ ਦਾ ਕੋਈ ਨੇਮ ਆ ਗਿਆ ਤਾਂ ਤੁਸੀਂ ਆਰਟੀਕਲ ਯੂਜ਼ ਨਹੀਂ ਕਰਨਾ ਡੇਜ਼ ਦੇ ਨੇਮ ਤੋਂ ਪਹਿਲਾਂ ਆਰਟੀਕਲ ਨਹੀਂ ਆਉਂਦਾ ਸਪੋਰਟਸ ਦੇ ਵਾਸਤੇ ਤੁਸੀਂ ਆਰਟੀਕਲ ਦਾ ਯੂਜ਼ ਨਹੀਂ ਕਰਦੇ ਤੇ ਕਲਰਸ ਦੇ ਨੇਮ ਤੋਂ ਪਹਿਲਾਂ ਵੀ ਆਰਟੀਕਲ ਦਾ ਯੂਜ਼ ਹੈ ਜਿਹੜਾ ਉਹ ਨਹੀਂ ਕੀਤਾ ਜਾਂਦਾ ਤਾਂ ਤੁਹਾਨੂੰ ਐਕਸੈਪਸ਼ਨਲ ਕੇਸ ਦੱਸ ਦਿੱਤੇ ਗਏ ਹੈ ਕਿ ਜੇ ਤੁਹਾਡੇ ਕੋਲੇ ਇਹਨਾਂ ਵਰਡਸ ਦਾ ਜਿਵੇਂ ਸੀਜ਼ਨ ਵਰਡ ਹੈ ਕੋਈ ਸਮਰ ਵਰਡ ਹੈ ਤਾਂ ਸਮਰ ਸੀਜ਼ਨ ਆ ਗਿਆ ਤੇ ਵਿੰਟਰ ਸੀਜ਼ਨ ਆ ਗਿਆ ਫਿਰ ਤੁਹਾਡੇ ਕੋਲੇ ਉਹ ਸਹੀ ਹੋਏਗਾ ਆਰਟੀਕਲ ਦਾ ਜਿਹੜਾ ਯੂਜ਼ ਕੀਤਾ ਸਹੀ ਹੋਏਗਾ ਬਟ ਅਦਰਵਾਈਜ਼ ਜਿਹੜਾ ਤੁਸੀਂ ਇਹਨਾਂ ਨੂੰ ਕੀ ਲੈਣਾ ਸਿੰਗਲ ਆਪਣਾ ਸੇਮ ਫਾਰਮ ਦੇ ਵਿੱਚ ਯੂਜ਼ ਕਰਨਾ ਜ਼ੀਰੋ ਆਰਟੀਕਲ ਫਾਰਮ ਦੇ ਵਿੱਚ ਜਿਹੜੇ ਤੁਸੀਂ ਇਹਨਾਂ ਨੂੰ ਲੈ ਕੇ ਚੱਲੋਗੇ ਨੈਕਸਟ ਕੰਸੈਪਟ ਜੋ ਆਪਾਂ ਡਿਸਕਸ ਕੀਤਾ ਯੂਜ਼ ਆਫ ਕੌਨਸੋਨੈਂਟ ਸਾਊਂਡਸ ਐਂਡ ਵੋਵਲ ਸਾਊਂਡਸ ਹੁਣ ਕੌਨਸੋਨੈਂਟ ਸਾਊਂਡ ਜਿੱਥੇ ਵੀ ਆਏਗੀ ਤੁਹਾਡੇ ਕੋਲ ਐਂਡ ਦਾ ਯੂਜ਼ ਤਾਂ ਨਹੀਂ ਹੋਏਗਾ ਕੀ ਯੂਜ਼ ਹੋਏਗਾ ਇਹ ਦਾ ਯੂਜ਼ ਤੁਸੀਂ ਕਰ ਸਕਦੇ ਹੋ ਦਾ ਯੂਜ਼ ਆ ਜਿਹੜਾ ਉਹ ਵੀ ਕੀਤਾ ਜਾ ਸਕਦਾ ਹੁਣ ਦੇਖੋ ਇੱਥੇ ਤੁਸੀਂ ਯੂਨੀਕ ਵਰਡ ਲਿਖਿਆ ਹੁਣ ਯੂਨੀਕ ਯੂਨੀਵਰਸਲ ਯੂਨਿਟ ਯੂਨੀਵਰਸਿਟੀ ਯੂਟੋਪੀਆ ਯੂ ਯੂਨੀਫਾਰਮ ਵਨ ਰੂਟੀਨ ਨੋਟ ਸਾਰੇ ਦੇ ਸਾਰੇ ਸਟਾਰਟ ਕਿਹਦੇ ਨਾਲ ਹੋ ਰਹੇ ਆ ਇਹਦੇ ਕੋਲ ਇੱਕ ਵੋਵਲ ਲੈਟਰ ਦੇ ਨਾਲ ਸਟਾਰਟ ਹੋ ਰਿਹਾ ਬਟ ਇਹਨਾਂ ਦੀ ਜਦੋਂ ਪ੍ਰੋਨਾਂਸੀਏਸ਼ਨ ਆਪਾਂ ਕੀਤੀ ਤਾਂ ਉਹ ਤੁਹਾਡੇ ਕੋਲ ਕੀ ਸੀ ਕੌਨਸੋਨੈਂਟ ਸਾਊਂਡ ਸੀ ਜਿਹੜੀ ਉਹ ਦੇ ਰਹੀ ਸੀ ਇਸ ਕਰਕੇ ਤੁਸੀਂ ਕੀ ਕੀਤਾ ਆਰਟੀਕਲ ਇਹ ਦਾ ਯੂਜ਼ ਕੀਤਾ ਐਂਡ ਦਾ ਯੂਜ਼ ਇੱਥੇ ਨਹੀਂ ਹੋਏਗਾ ਸਿਮਿਲਰਲੀ ਤੁਹਾਡੇ ਕੋਲ ਕੁਝ ਵੋਵਲ ਹੁੰਦੇ ਆ ਜਿਹੜੇ ਕਿ ਆਪਣੇ ਕੋਲ ਕੌਨਸੋਨੈਂਟ ਹੁੰਦੇ ਆ ਵੋਵਲ ਸਾਊਂਡ ਦਿੰਦੇ ਆ ਜਦੋਂ ਇਹਨਾਂ ਨੂੰ ਐਬਰੀਵੇਸ਼ਨ ਫਾਰਮ ਵਿੱਚ ਲਿਖਿਆ ਜਾਵੇ ਜਿਵੇਂ ਐਫ ਆਈ ਆਰ ਤੁਹਾਡੇ ਕੋਲੇ ਜਿਹੜਾ ਆਪਾਂ ਬੇਸਿਕਲੀ ਦੇਖੀਏ ਐਫ ਦਾ ਮਤਲਬ ਫਰਸਟ ਹੁੰਦਾ ਸਾਊਂਡ ਤਾਂ ਉੱਥੇ ਤਾਂ ਫੋਰ ਹੀ ਆ ਰਹੀ ਹੈ ਐਫ ਹੈ ਜਿਹੜੀ ਯੂਜ਼ ਕੀਤੀ ਜਾ ਰਹੀ ਹੈ ਸਾਊਂਡ ਉਹ ਫੋਰ ਹੈ ਤਾਂ ਉੱਥੇ ਤਾਂ ਤੁਹਾਡੇ ਕੋਲੇ ਏ ਫਰਸਟ ਆਏਗਾ ਬਟ ਅਦਰਵਾਈਜ਼ ਜੇ ਤੁਸੀਂ ਐਫ ਆਈ ਆਰ ਹੀ ਪ੍ਰੋਨਾਉਂਸ ਕਰੋ ਤਾਂ ਤੁਹਾਡੇ ਕੋਲ ਐਬਰੀਵੇਸ਼ਨ ਫਾਰਮ ਵਿੱਚ ਹੀ ਪ੍ਰੋਨਾਉਂਸ ਕੀਤਾ ਜਾਵੇ ਤਾਂ ਤੁਸੀਂ ਕੀ ਕਰੋਗੇ ਤੇ ਵੋਵਲ ਸਾਊਂਡ ਹੈ ਜਿਹੜੀ ਉਹ ਯੂਜ਼ ਕਰੋਗੇ ਸੋ ਐਨ ਦਾ ਯੂਜ਼ ਕੀਤਾ ਜਾਏਗਾ ਐਕਸ-ਰੇ ਹੋ ਗਿਆ ਐਨਓਸੀ ਹੋ ਗਿਆ ਜਿਹੜੇ ਜਿਹੜੇ ਲੈਟਰ ਤੁਹਾਡੇ ਕੋਲ ਵੋਵਲ ਸਾਊਂਡ ਦਿੰਦੇ ਆ ਉਹ ਤੁਹਾਨੂੰ ਲਿਖ ਦਿੱਤੇ ਗਏ ਇੰਗਲਿਸ਼ ਦੇ ਵਿੱਚ ਜਿੰਨਾ ਜਿੰਨਾ ਅਲਫਾਬੈਟ ਨੂੰ ਤੁਸੀਂ ਕੌਨਸੋਨੈਂਟ ਹੈਗੇ ਕੌਨਸੋਨੈਂਟ ਨੇ ਬਟ ਸਾਊਂਡ ਹੈ ਜਿਹੜੀ ਉਹਨਾਂ ਨੂੰ ਐਬਰੀਵੇਸ਼ਨ ਫਾਰਮ ਦੇ ਵਿੱਚ ਵੋਵਲ ਫਾਰਮ ਦੇ ਵਿੱਚ ਜਿਹੜੀ ਉਹ ਸਾਊਂਡ ਦਿੰਦੇ ਆ ਸੋ ਐਫ ਐਚ ਐਲ ਐਮ ਐਨ ਆਰ ਐਸ ਐਂਡ ਐਕਸ ਤੁਹਾਡੇ ਕੋਲ ਕੀ ਨੇ ਵੋਵਲ ਸਾਊਂਡ ਜਿਹੜੀ ਪ੍ਰੋਨਾਉਂਸ ਕਰਦੇ ਜਦੋਂ ਐਬਰੀਵੇਸ਼ਨ ਫਾਰਮ ਦੇ ਵਿੱਚ ਲਿਖਿਆ ਜਾਂਦਾ ਹੈ ਤਾਂ ਇਹ ਸੀ ਜਿਹੜਾ ਤੁਹਾਡਾ ਲਾਸਟ ਕੰਸੈਪਟ ਜੋ ਆਪਾਂ ਅੱਜ ਦੀ ਕਲਾਸ ਵਿੱਚ ਡਿਸਕਸ ਕੀਤਾ ਆਈ ਹੋਪ ਤੁਹਾਨੂੰ ਕਲਾਸ ਤਾਂ ਜਿਹੜੀ ਵਧੀਆ ਲੱਗੀ ਹੋਣੀ ਹੈ ਆਰਟੀਕਲ ਦੇ ਸਾਰੇ ਕਨਸੈਪਟ ਤੁਹਾਡੇ ਇਸੇ ਤਰੀਕੇ ਦੇ ਆ ਈਜ਼ੀ ਨੇ ਤੁਸੀਂ ਈਜ਼ੀਲੀ ਜਿਹੜਾ ਇਹਨਾਂ ਨੂੰ ਯਾਦ ਕਰ ਸਕਦੇ ਹੋ ਸੇਮ ਤੁਹਾਡਾ ਥੋੜਾ ਜਿਹਾ ਸਿੰਪਲ ਕਹਿ ਸਕਦੇ ਕਿ ਐਡਵਰਬ ਦਾ ਟੌਪਿਕ ਥੋੜਾ ਜਿਹਾ ਡਿਫਿਕਲਟ ਹੈ ਕਿਉਂਕਿ ਐਡਵਰਬ ਆਪਾਂ ਪਹਿਲਾਂ ਨਹੀਂ ਕੀਤੀ ਹੁੰਦੀ ਬਾਕੀ ਤੁਹਾਡੀ ਗ੍ਰਾਮਰ ਦੇ ਲਗਭਗ ਸਾਰੇ ਪੋਰਸ਼ਨ ਹੀ ਤੁਹਾਡੇ ਈਜ਼ੀ ਨੇ ਜਿਵੇਂ ਤੁਹਾਨੂੰ ਕਰਵਾਏ ਜਾ ਰਹੇ ਤੁਸੀਂ ਐਜ਼ ਇਟ ਇਜ਼ ਜਿਹੜੇ ਆਪਣੇ ਰੂਲ ਨੇ ਉਹਨਾਂ ਨੂੰ ਨੋਟ ਕਰ ਲੈਣਾ ਤੇ ਰਿਵਾਈਜ਼ ਕਰਦੇ ਰਹਿਣਾ ਬਿਕੋਜ਼ ਕੁਐਸਚਨ ਆ ਜਿਹੜੇ ਤੁਹਾਨੂੰ ਇਹਨਾਂ ਦੇ ਵਿੱਚੋਂ ਹੀ ਮਿਲਣਗੇ 100% ਤੁਹਾਡਾ ਸ਼ੋਰ ਹੈ ਤਾਂ ਆਈ ਹੋਪ ਤੁਹਾਨੂੰ ਕਲਾਸ ਵਧੀਆ ਲੱਗੀ ਹੋਣੀ ਤਾਂ ਜਿਹੜੇ ਜੇ ਤੁਹਾਨੂੰ ਕਲਾਸ ਵਧੀਆ ਲੱਗ ਰਹੀ ਹੈ ਕਨਸੈਪਟ ਚੰਗੇ ਤਰੀਕੇ ਨਾਲ ਸਮਝ ਆ ਰਹੇ ਹੈ ਤਾਂ ਕਲਾਸ ਨੂੰ ਲਾਈਕ ਜ਼ਰੂਰ ਕਰਨਾ ਹੈ ਤੇ ਚੈਨਲ ਨੂੰ ਜਿਹੜਾ ਤੁਸੀਂ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਤੁਹਾਨੂੰ ਅੱਗੇ ਵੀ ਜਿਹੜੀਆਂ ਇਸੇ ਤਰੀਕੇ ਦੀਆਂ ਇਨਫੋਰਮੇਟਿਵ ਵੀਡੀਓਜ਼ ਹੈ ਤੁਹਾਡਾ ਜਿਹੜਾ ਸਿਲੇਬਸ ਹੈ ਇਸੇ ਤਰੀਕੇ ਨਾਲ ਤੁਹਾਨੂੰ ਕਵਰ ਕਰਵਾਉਣ ਦੇ ਵਿੱਚ ਅਸੀਂ ਹੈਲਪ ਜਿਹੜੀ ਉਹ ਕਰ ਸਕੀਏ ਜਿਹੜਾ ਮਟੀਰੀਅਲ ਹੈ ਤੁਹਾਡੇ ਲਈ ਹੈਲਪਫੁਲ ਹੋਵੇ ਤੇ ਜੇ ਸਟੂਡੈਂਟ ਨਿਊ ਨੇ ਤਾਂ ਟੈਲੀਗ੍ਰਾਮ ਗਰੁੱਪ ਨੂੰ ਤੁਸੀਂ ਜੁਆਇਨ ਕਰ ਲੈਣਾ ਸੋ ਦੈਟ ਤੁਸੀਂ ਜਿਹੜਾ ਉੱਥੋਂ ਵੀ ਆਪਣਾ ਬੈਨੀਫਿਟ ਹੈ ਉਹ ਲੈ ਸਕੋ ਤਾਂ ਮਿਲਾਂਗੇ ਨੈਕਸਟ ਸੈਸ਼ਨ ਦੇ ਵਿੱਚ ਅਗੇਨ ਆਰਟੀਕਲ ਨਾਲ ਰਿਲੇਟਡ ਕੁਝ ਹੋਰ ਇੰਪੋਰਟੈਂਟ ਟੌਪਿਕ ਦੇਖਾਂਗੇ ਤੇ ਇਸੇ ਤਰੀਕੇ ਨਾਲ ਜਿਹੜਾ ਆਪਣਾ ਕਲਾਸਿਸ ਹੈ ਉਹ ਅਟੈਂਡ ਕਰਾਂਗੇ ਤੁਹਾਨੂੰ ਸਾਰੇ ਕੰਸੈਪਟ ਹੈ ਜਿਹੜੇ ਕਰਵਾਏ ਜਾਣਗੇ ਫ੍ਰੀ ਆਫ ਕਾਸਟ ਤੁਹਾਡੇ ਲਈ ਮਟੀਰੀਅਲ ਲਿਆਂਦਾ ਜਾ ਰਿਹਾ ਬਟ ਥੋੜਾ ਜਿਹਾ ਤੁਸੀਂ ਕੀ ਕਰਨਾ ਹੈ ਕਲਾਸ ਨੂੰ ਸ਼ੇਅਰ ਕਰਨਾ ਹੈ ਤਾਂ ਜੋ ਬਾਕੀ ਸਟੂਡੈਂਟ ਦਾ ਜਿਹੜਾ ਹੈ ਲੈ ਸਕਣ ਚੈਨਲ ਨੂੰ ਜਿਹੜਾ ਤੁਸੀਂ ਸਬਸਕ੍ਰਾਈਬ ਕਰ ਲੈਣਾ ਹਾਂਜੀ ਤਾਂ ਮਿਲਦੇ ਹਾਂ ਨੈਕਸਟ ਸੈਸ਼ਨ ਦੇ ਵਿੱਚ ਅੱਜ ਦੇ ਲਈ ਇੰਨਾ ਹੀ ਥੈਂਕ ਯੂ